अपन पाप विचारे तथा साथ ना जानी। ਧੰਨ ਗੁਰਬਾਣੀ ਦੇ ਅੰਦਰ ਜੋ ਕੁਝ ਵੀ ਦਰਜ ਕੀਤਾ ਹੈ, ਇਸ ਦੇ ਵਿੱਚ ਕਿਸੇ ਵੀ ਧਰਮ ਦੀ ਨਿੰਦਿਆ ਨਹੀਂ ਕੀਤੀ ਗਈ ਤੇ ਨਾ ਹੀ ਕਿਸੇ ਧਾਰਮਿਕ ਗ੍ਰੰਥ ਦੀ ਨਿੰਦਿਆ ਕੀਤੀ ਗਈ ਹੈ। ਨਾ ਹੀ ਗੁਰੂ ਮਹਾਰਾਜ ਜੀ ਨੇ ਸਾਨੂੰ ਇਹ ਆਖਿਆ ਵੀ ਇਹ ਜਿਹੜੇ ਧਾਰਮਿਕ ਗ੍ਰੰਥ ਨੇ ਆਪੋ ਆਪਣੇ ਧਰਮ ਦੇ ਅਨੁਸਾਰ ਜੋ ਪੜ੍ਹ ਰਹੇ ਨੇ, ਜਿਵੇਂ ਮੁਸਲਮਾਨ ਨੇ ਉਹਨਾਂ ਦੇ 4 ਧਾਰਮਿਕ ਗ੍ਰੰਥ ਨੇ, ਸਨਾਤਨ ਧਰਮ ਦੇ 4 ਵੇਦ ਨੇ, ਇਸੇ ਤਰ੍ਹਾਂ ਈਸਾਈ ਧਰਮ ਦੇ ਬਾਈਬਲ ਗ੍ਰੰਥ ਹੈ, ਸਿੱਖ ਧਰਮ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ, ਦਸਮ ਗ੍ਰੰਥ, ਸਰਬ ਲੋਕ ਗ੍ਰੰਥ, ਭਾਈ ਗੁਰਦਾਸ ਜੀ ਦੀਆਂ 12, ਭਾਈ ਗੁਰਦਾਸ ਜੀ ਦੇ ਕਵਿਤ ਸਵਈਏ, ਭਾਈ ਨੰਦ ਲਾਲ ਜੀ ਦੀਆਂ 3 ਪੋਥੀਆਂ ਨੇ, ਹੋਰ ਕਈ ਪ੍ਰਕਾਰ ਦੀਆਂ ਰਚਨਾਵਾਂ ਨੇ। ਕਿਸੇ ਦੇ ਨਾਲੋਂ ਵੀ ਗੁਰੂ ਮਹਾਰਾਜ ਜੀ ਨੇ ਸਾਨੂੰ ਤੋੜਿਆ ਨਹੀਂ ਤੇ ਨਾ ਹੀ ਦੂਜੇ ਧਰਮਾਂ ਦੇ ਲੋਕਾਂ ਨੂੰ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੇ ਨਾਲੋਂ ਤੋੜਿਆ ਹੈ। ਗੁਰੂ ਜੀ ਨੇ ਕੇਵਲ ਤੇ ਕੇਵਲ ਇੱਕ ਸਿਧਾਂਤ ਦਿੱਤਾ ਹੈ ਵੀ ਅਸੀਂ ਜਦੋਂ ਕੁਝ ਵੀ ਧਰਮ ਦੇ ਨਾਲ ਜੁੜੇ ਹੋਏ ਧਾਰਮਿਕ ਗ੍ਰੰਥ ਨੂੰ ਪੜ੍ਹਦੇ ਹਾਂ ਤੇ ਅਸੀਂ ਉਸ ਦੇ ਵਿੱਚੋਂ ਤੱਤ ਨਹੀਂ ਨਿਚੋੜਦੇ। ਜੋ ਤੱਤ ਹੈ ਉਸ ਪਾਸੇ ਨਹੀਂ ਜਾਂਦੇ। ਅਸੀਂ ਤੱਤ ਨੂੰ ਛੱਡ ਕੇ ਕੁਝ ਇੱਕ ਇਸ ਤਰ੍ਹਾਂ ਦੇ ਕਾਰ ਕਰਨ ਲੱਗ ਜਾਂਦੇ ਹਾਂ ਜਿਨ੍ਹਾਂ ਨੂੰ ਅਸੀਂ ਸੰਸਾਰਿਕ ਕਿੱਤੇ ਆਖ ਸਕਦੇ ਹਾਂ। ਧਰਮੇ ਜਿਹੜਾ ਧਾਰਮਿਕ ਗ੍ਰੰਥ ਨੇ ਜਿਹੜੇ, ਇਹਨਾਂ ਨੂੰ ਜਦੋਂ ਸੰਸਾਰਿਕ ਕਿੱਤਿਆਂ ਦੇ ਨਾਲ ਜੋੜਿਆ ਜਾਂਦਾ ਹੈ ਤੇ ਫਿਰ ਮਨੁੱਖ ਆਪਣੇ ਮਾਰਗ ਤੋਂ ਉਖੜ ਜਾਂਦਾ ਹੈ, ਮਾਰਗ ਤੇ ਨਹੀਂ ਚੱਲ ਪਾਉਂਦਾ। ਸੋ ਅੱਜ ਦੀ ਇਸ ਪਾਵਨ ਪੌੜੀ ਦੇ ਅੰਦਰ ਧੰਨ ਗੁਰੂ ਮਹਾਰਾਜ ਜੀ ਸਾਨੂੰ ਇਹੀ ਦੱਸਦੇ ਨੇ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ। 27 ਸਿਮਰਤੀਆਂ ਨੇ, 6 ਸ਼ਾਸਤਰ ਨੇ। ਸਿਮਰਤੀਆਂ ਤੇ ਸ਼ਾਸਤਰਾਂ ਨੂੰ ਜਿਹੜੇ ਪੜ੍ਹਨ ਵਾਲੇ ਨੇ ਉਹ ਕੇਵਲ ਤੇ ਕੇਵਲ ਉਹਨਾਂ ਦੇ ਵਿੱਚੋਂ ਪਾਪ ਤੇ ਪੁੰਨ ਦੀ ਹੀ ਵਿਚਾਰ ਕਰਦੇ ਰਹਿੰਦੇ ਨੇ ਵੀ ਕਿਹੜਾ ਪੁੰਨ ਹੈ ਤੇ ਕਿਹੜਾ ਪਾਪ ਹੈ। ਤੱਤੇ ਸਾਰ ਨਾ ਜਾਣੀ, ਜੋ ਤੱਤ ਸਰੂਪ ਅਕਾਲ ਪੁਰਖ ਵਾਹਿਗੁਰੂ ਹੈ ਉਸ ਦੀ ਸਾਰ ਹੀ ਨਹੀਂ ਜਾਣਦੇ। ਅਸੀਂ ਧਾਰਮਿਕ ਗ੍ਰੰਥਾਂ ਦੇ ਆਸਰੇ ਦੇ ਨਾਲ, ਗੁਰੂ ਕਿਰਪਾ ਦੇ ਨਾਲ ਤੱਤ ਸਰੂਪ ਦੀ ਪਛਾਣ ਕਰਨੀ ਹੈ ਆਪਣੇ ਅੰਦਰੋਂ। ਉਹਨੂੰ ਛੱਡ ਕੇ ਆਪਣੇ ਅੰਦਰੋਂ ਪਰਮਾਤਮਾ ਨੂੰ ਪਛਾਣਨ ਦੀ ਬਜਾਏ ਅਸੀਂ ਬਾਹਰ ਦੇ ਜਿਹੜੇ ਪਾਪ ਪੁੰਨ ਨੇ ਇਹਨਾਂ ਦੇ ਨਾਲ ਜੁੜ ਜਾਂਦੇ ਹਾਂ, ਇਹ ਕਰਨ ਲੱਗ ਜਾਂਦੇ ਹਾਂ। ਇਸ ਕਰਕੇ ਧੰਨ ਗੁਰੂ ਮਹਾਰਾਜ ਜੀ ਇੱਥੇ ਦਰਜ ਕਰ ਰਹੇ ਨੇ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ। ਸਿਮਰਤੀਆਂ ਤੇ ਸ਼ਾਸਤਰਾਂ ਨੂੰ ਪੜ੍ਹਨ ਵਾਲੇ ਨੇ ਜਿਹੜੇ, ਉਹ ਪਾਪ ਤੇ ਪੁੰਨ ਦੀ ਵਿਚਾਰ ਦੇ ਵਿੱਚ ਹੀ ਆਪਣੀ ਉਮਰੇ ਜਿਹੜੀ ਇਹ ਖਰਾਬ ਕਰ ਲੈਂਦੇ ਨੇ, ਬਤਾ ਲੈਂਦੇ ਨੇ। ਤੱਤ ਸਰੂਪ ਪਰਮਾਤਮਾ ਜਿਹੜੀ ਉਹਨੂੰ ਆਪਣੇ ਅੰਦਰ ਨਹੀਂ ਜਾਣਦੇ। ਜੇ ਪਾਪ ਤੇ ਪੁੰਨ ਜਾਣ ਲਿਆ ਵੀ ਮੇਰੇ ਪਿਛਲੇ ਜਨਮਾਂ ਦੇ ਕਿੰਨੇ ਕੁ ਪਾਪ ਨੇ ਤੇ ਕਿੰਨੇ ਕੁ ਪੁੰਨ ਨੇ, ਮੈਂ ਉਹ ਪਾਪ ਤੇ ਪੁੰਨ ਨੇ ਜਿਹੜੇ ਕਿੰਨੇ ਕੁ ਭੋਗ ਰਹੇ ਨੇ ਤੇ ਕਿੰਨੇ ਕੁ ਰਹਿ ਗਏ ਨੇ, ਤੇ ਫਿਰ ਇਹਦੇ ਨਾਲ ਹੋਏਗਾ ਕਿ ਇੱਕ ਉਦਾਹਰਨ ਦੇ ਨਾਲ ਮੈਂ ਦੱਸਣਾ ਕਰਾਂ। ਅਸੀਂ ਸਾਰਿਆਂ ਨੇ ਹੁਣ ਪ੍ਰਸ਼ਾਦਾ ਛਕਣਾ। ਜੇ ਸਾਨੂੰ ਪਹਿਲੋਂ ਪਤਾ ਲੱਗ ਗਿਆ ਵੀ ਅੱਜ ਪ੍ਰਸ਼ਾਦਾ ਜਿਹੜਾ ਇਹ ਇਸ ਤਰੀਕੇ ਦੇ ਨਾਲ ਤਿਆਰ ਹੋ ਗਿਆ ਤੇ ਫਿਰ ਹੋਏਗਾ ਕਿ ਕੁਝ ਵੀ ਨਹੀਂ ਛਕਾਂਗੇ, ਉਦੋਂ ਵੀ ਪਤਾ ਲੱਗ ਜਾਣਾ ਹੈ। ਜੇ ਪਹਿਲੋਂ ਪਤਾ ਲੱਗ ਗਿਆ ਫਿਰ ਵੀ ਕੁਝ ਨਹੀਂ। ਇਸੇ ਤਰ੍ਹਾਂ ਜਿਹੜਾ ਦੁੱਖ ਤੇ ਸੁੱਖ ਹੈ ਇਹ ਪਾਪ ਤੇ ਪੁੰਨ ਦੇ ਨਾਲ ਸਾਨੂੰ ਮਿਲਦਾ ਹੈ। ਜੇ ਸਾਨੂੰ ਪਹਿਲੋਂ ਪਤਾ ਲੱਗ ਗਿਆ ਵੀ ਇਹ ਪਾਪ ਦੇ ਨਾਲ ਸਾਨੂੰ ਇਹ ਦੁੱਖ ਮਿਲਣਾ ਜਾਂ ਇਹ ਪੁੰਨ ਦੇ ਨਾਲ ਸਾਨੂੰ ਇਹ ਸੁੱਖ ਮਿਲਣਾ, ਤੇ ਫਿਰ ਜਦੋਂ ਮਿਲੇਗਾ ਉਦੋਂ ਵੀ ਪਤਾ ਲੱਗ ਜਾਣਾ ਹੈ। ਜੇ ਕਿਸੇ ਨੂੰ 2 ਘੰਟੇ 10 ਘੰਟੇ 2 ਦਿਨ ਪਹਿਲੋਂ ਪਤਾ ਲੱਗ ਗਿਆ ਤੇ ਫਿਰ ਵੀ ਕਿਹੜੀ ਕੋਈ ਵੱਡੀ ਗੱਲ ਹੈ, ਉਹ ਅਸੀਂ ਟਾਲ ਤਾਂ ਸਕਦੇ ਹੀ ਨਹੀਂ ਹੈਗੇ।
ਹੁਣ ਥੋੜੀ ਜਿਹੀ ਵਿਚਾਰ ਕਰਾਂਗੇ ਕਿ ਪਾਪ ਤੇ ਪੁੰਨ ਨੇ ਜਿਹੜੇ ਇਹ ਮਨੁੱਖਾ ਜੀਵਨ ਦੇ ਵਿੱਚ ਆਏ ਕਿੱਥੋਂ ਨੇ। ਮਨੁੱਖ ਇਸ ਸਰੀਰ ਦੇ ਨਾਲ ਜੋ ਕੁਝ ਵੀ ਕਰਦਾ ਹੈ ਉਹਨੂੰ ਕਰਮ ਆਖਿਆ ਜਾਂਦਾ ਹੈ। ਧੰਨ ਗੁਰਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਦਰਜ ਕੀਤਾ ਹੈ ਕਿ ਉਹ ਸਰੀਰ ਧਰਤੀ ਕਰ ਬੀਜ ਕਰਮ ਕਰੋ। ਇਹ ਸਰੀਰ ਹੈ ਜਿਹੜਾ ਇਹ ਧਰਤੀ ਹੈ ਤੇ ਜਿਹੜਾ ਅਸੀਂ ਕਰਮ ਕਰਦੇ ਹਾਂ ਨਾ ਉਹ ਇਹਦੇ ਵਿੱਚ ਬੀਜ ਲੈਂਦੇ ਹਾਂ। ਜਿਵੇਂ ਧਰਤੀ ਦੇ ਅੰਦਰ ਜੋ ਬੀਜ ਬੀਜਿਆ ਹੈ ਉਹ ਹੀ ਉੱਗੇਗਾ, ਹੋਰ ਨਹੀਂ ਉੱਗੇਗਾ। ਇਸੇ ਤਰ੍ਹਾਂ ਇਹ ਸਰੀਰ ਦੇ ਨਾਲ ਜੋ ਕਰਮ ਕੀਤਾ ਨਾ, ਜੋ ਅਸੀਂ ਕੀਤਾ ਉਹ ਸਾਡਾ ਬੀਜ ਬਣ ਗਿਆ, ਉਹ ਕਰਮ ਬਣ ਗਿਆ। ਉਹ ਬੀਜ ਹੈ ਜਿਹੜਾ ਉਹ ਫਿਰ ਅੱਗੇ ਸੰਸਕਾਰ ਪੈਦਾ ਕਰਦਾ ਹੈ ਸਾਡੇ ਸਰੀਰ ਦੇ ਵਿੱਚੋਂ। ਕਰਮ ਦਾ ਉਗਣਾ ਕੀ ਹੈ? ਸੰਸਕਾਰ। ਫਸਲ ਦਾ ਉਗਣਾ ਕੀ ਹੈ? ਪੌਦਾ। ਫਸਲ ਜਿਹੜੀ ਹੈ ਕਣਕ ਦੇ ਬੂਟੇ ਨੇ, ਝੋਨੇ ਦੇ ਬੂਟੇ ਨੇ, ਨਰਮੇ ਦੇ ਬੂਟੇ ਨੇ, ਇਹ ਇਹਨਾਂ ਬੀਜਾਂ ਤੋਂ ਧਰਤੀ ਦੇ ਵਿੱਚੋਂ ਪੈਦਾ ਹੁੰਦੇ ਨੇ। ਇਸੇ ਤਰ੍ਹਾਂ ਜਿਹੜਾ ਸਰੀਰ ਰੂਪ ਧਰਤੀ ਹੈ ਇਹਦੇ ਵਿੱਚੋਂ ਕਰਮ ਬੀਜ ਹੈ ਤੇ ਜੋ ਬੂਟਾ ਪੈਦਾ ਹੁੰਦਾ ਉਹਨੂੰ ਸੰਸਕਾਰ ਆਖਦੇ ਨੇ। ਕਰਮ ਤੋਂ ਸੰਸਕਾਰ ਬਣ ਗਿਆ, ਸੰਸਕਾਰ ਤੋਂ ਅੱਗੇ ਸੁਭਾਅ ਬਣ ਗਿਆ, ਸੁਭਾਅ ਤੋਂ ਪ੍ਰਾਰਬਧ ਬਣ ਗਈ। ਇਹ ਉਸ ਵਿਧਾਤੇ ਨੇ ਬੜੀ ਨਿਰੰਤਰ ਦੇ ਨਾਲ ਇੱਕ ਲੜੀ ਦੇ ਵਿੱਚ ਪਰੋਤੇ ਹੋਏ ਨੇ। ਜਿਸ ਤਰ੍ਹਾਂ ਦਾ ਕੋਈ ਮਨੁੱਖ ਕਰਮ ਕਰਨ ਲੱਗ ਜਾਂਦਾ ਹੈ ਉਸ ਤਰ੍ਹਾਂ ਦੇ ਫਿਰ ਉਹਦੇ ਸੰਸਕਾਰ ਬਣ ਜਾਂਦੇ ਨੇ। ਜਿਸ ਤਰ੍ਹਾਂ ਦੇ ਉਹਦੇ ਸੰਸਕਾਰ ਬਣ ਜਾਂਦੇ ਨੇ ਉਸ ਤਰ੍ਹਾਂ ਦਾ ਫਿਰ ਉਸ ਦਾ ਸੁਭਾਅ ਬਣ ਜਾਂਦਾ ਹੈ। ਜਿਸ ਤਰ੍ਹਾਂ ਦਾ ਸੁਭਾਅ ਬਣ ਜਾਂਦਾ ਹੈ ਉਸ ਤਰ੍ਹਾਂ ਦਾ ਫਿਰ ਉਹਦਾ ਜਿਹੜਾ ਹੈ ਨਾ ਪ੍ਰਾਰਬਧ ਦੀ ਜਿਹੜੀ ਉਹ ਬਣ ਜਾਂਦੀ ਹੈ। ਹੁਣ ਮੈਨੂੰ ਇੱਕ ਸੌਖੇ ਤਰੀਕੇ ਦੇ ਨਾਲ ਸਮਝਾਉਣ ਦਾ ਯਤਨ ਕਰਾਂਗਾ। ਕੋਈ ਮਨੁੱਖ ਹੈ, ਉਹ ਦੇਵੀ ਦੀ ਪੂਜਾ ਕਰਨ ਵਾਲਾ ਕਰਮ ਕਰਨ ਲੱਗ ਗਿਆ। ਜਦੋਂ ਦੇਵੀ ਦੀ ਪੂਜਾ ਵਾਲਾ ਕਰਮ ਕਰਨ ਲੱਗ ਗਏ ਤੇ ਉਹਦੇ ਜਿਹੜੇ ਸੰਸਕਾਰ ਨੇ ਉਹ ਸਾਰੇ ਹੀ ਉਹ ਹੋਣਗੇ ਜੋ ਦੇਵੀ ਦੀ ਕਿਰਿਆ ਦੇ ਨਾਲ ਜੁੜੇ ਨੇ। ਉਹ ਜਿੱਥੇ ਵੀ ਕਿਸੇ ਨੂੰ ਮਿਲੇਗਾ ਉੱਥੇ ਜੈ ਮਾਤਾ ਦੀ, ਜਾਂ ਜਿੱਥੇ ਵੀ ਕਿਸੇ ਨਾਲ ਗੱਲ ਕਰੇਗਾ ਚੁੰਨੀ ਦੇ ਨਾਲ ਪਿਆਰ ਕਰੇਗਾ, ਫਿਰ ਉਹ ਚੁੰਨੀ ਦੇਗਾ। ਚੁੰਨੀਆਂ ਮਿਲਦੀਆਂ ਨੇ ਜਿਹੜੀਆਂ ਦੇਵੀ ਤੇ ਜਾਂਦੇ ਨੇ ਉੱਥੋਂ ਲੈ ਆਉਂਦੇ ਨੇ। ਸੋ ਉਹਦੇ ਜਿਹੜੇ ਸੰਸਕਾਰ ਨੇ ਨਾ ਉਹ ਇਸ ਤਰ੍ਹਾਂ ਦੇ ਬਣ ਜਾਣਗੇ। ਹੁਣ ਸੰਸਕਾਰ ਕੀ ਹੁੰਦਾ? ਮਨੁੱਖ ਦਾ ਚਗਿਰਤਾ, ਇਹਦੇ ਅੰਦਰ ਦੀ ਭਾਵਨਾ, ਇਹਦੇ ਅੰਦਰ ਦੇ ਖਿਆਲ। ਜਿਸ ਤਰ੍ਹਾਂ ਦੇ ਅੰਦਰ ਦੇ ਖਿਆਲ ਨੇ ਉਸ ਤਰ੍ਹਾਂ ਦਾ ਫਿਰ ਉਹਦਾ ਸੁਭਾਅ ਬਣ ਗਿਆ। ਉਸ ਤਰ੍ਹਾਂ ਦੇ ਸੁਭਾਅ ਦੇ ਨਾਲ ਫਿਰ ਉਹ ਸਮਾਜ ਦੇ ਵਿੱਚ ਵਿਚਰਨ ਲੱਗ ਜਾਂਦਾ ਹੈ। ਇਹ ਫਿਰ ਦੂਜਿਆਂ ਨੂੰ ਵੀ ਪ੍ਰੇਰੇਗਾ ਆਪਣੇ ਸੁਭਾਅ ਦੇ ਅਨੁਸਾਰ ਵੀ ਸਾਨੂੰ ਦੇਵੀ ਦੇ ਜਾਣਾ ਚਾਹੀਦਾ, ਦੇਵੀ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ, ਪੂਜਾ ਆਦਿ। ਇਹ ਹੁਣ ਜਿਹੜਾ ਸੁਭਾਅ ਬਣ ਗਿਆ ਇਹਦਾ, ਉਹਦੇ ਨਾਲ ਇਹਨੇ ਪ੍ਰਚਾਰ ਸ਼ੁਰੂ ਕਰ ਦਿੱਤਾ। ਇਹਦੀ ਹੁਣ ਪ੍ਰਾਰਬਧ ਬਣ ਗਈ ਹੈ। ਜਦੋਂ ਇਹਨੂੰ ਅਗਲੀ ਜੂਨ ਮਿਲੇਗੀ, ਜਿਸ ਤਰ੍ਹਾਂ ਦਾ ਇਹਨੇ ਇਸ ਜਨਮ ਦੇ ਵਿੱਚ ਕਰਮ ਕੀਤਾ ਹੈ ਨਾ ਉਸ ਤਰ੍ਹਾਂ ਦੇ ਸੰਸਕਾਰ ਬਣ ਗਏ ਨੇ, ਉਸ ਤਰ੍ਹਾਂ ਦੇ ਸੁਭਾਅ ਬਣ ਗਏ ਨੇ ਤੇ ਉਹਨਾਂ ਨੂੰ ਫਿਰ ਪ੍ਰਾਰਬਧ ਨੂੰ ਅਗਲੇ ਜਨਮ ਦੇ ਵਿੱਚ ਇਹ ਮਨੁੱਖ ਭੋਗਣਾ ਕਰੇਗਾ। ਸੋ ਇਹ ਜਿਹੜੇ ਪਾਪ ਤੇ ਪੁੰਨ ਨੇ ਇਹ ਫਿਰ ਮਨੁੱਖ ਜਿਹੜਾ ਉਸ ਦੇ ਪਾਪ ਤੇ ਪੁੰਨ ਦੇ ਨਾਲ ਫਿਰ ਦੁੱਖ ਤੇ ਸੁੱਖ ਇਹਨਾਂ ਜਿਹੜਾ ਭਾਵ ਜਿਸ ਤਰ੍ਹਾਂ ਦਾ ਕਰਮ ਹੈ ਉਸ ਤਰ੍ਹਾਂ ਦੇ ਸੰਸਕਾਰ ਨੇ, ਫਿਰ ਉਸ ਤਰ੍ਹਾਂ ਦਾ ਸੁਭਾਅ ਬਣ ਗਿਆ। ਸੁਭਾਅ ਦੇ ਨਾਲ ਦੁੱਖ ਤੇ ਸੁੱਖ ਹੁੰਦਾ ਹੈ। ਸੁਭਾਅ ਦੇ ਨਾਲ ਮਨੁੱਖ ਨੂੰ ਦੁੱਖ ਤੇ ਸੁੱਖ ਜਿਹੜਾ ਇਹ ਮਨੁੱਖ ਦੇ ਸੁਭਾਅ ਦਾ ਹੀ ਹੈ। ਨਾ ਦੁੱਖ ਹੈ ਤੇ ਨਾ ਸੁੱਖ ਹੈ। ਜੇ ਮਨੁੱਖ ਦਾ ਸੁਭਾਅ ਸ਼ਾਂਤਮਈ ਹੋਵੇ, ਸਹਿਜ ਅਵਸਥਾ ਵਾਲਾ ਹੋਵੇ ਤੇ ਫਿਰ ਦੁੱਖ ਤੇ ਸੁੱਖ ਹੈ ਹੀ ਨਹੀਂ। ਦੁੱਖ ਤੇ ਸੁੱਖ ਮਨੁੱਖ ਨੂੰ ਉਦੋਂ ਹੀ ਲੱਗਦਾ ਹੈ ਜਦੋਂ ਉਹਦਾ ਸੁਭਾਅ ਨਾ ਇਹਨਾਂ ਨੂੰ ਗ੍ਰਹਿਣ ਕਰਦਾ ਹੈ। ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ। ਇਹ ਧਾਰਮਿਕ ਗ੍ਰੰਥ ਨੇ, ਇਹ 27 ਸਿਮਰਤੀਆਂ ਨੇ, 6 ਸ਼ਾਸਤਰ ਨੇ। ਇਹਨਾਂ ਦੇ ਨਾਲ ਕੁਝ ਵਿਦਵਾਨ ਨੇ ਜਿਹੜੇ ਉਹ ਪਾਪ ਤੇ ਪੁੰਨਾਂ ਦੀ ਵਿਚਾਰ ਕਰਦੇ ਰਹਿੰਦੇ ਨੇ। ਤੱਤੇ ਸਾਰ ਨਾ ਜਾਣੀ, ਤੇ ਜੋ ਤਤ ਸਰੂਪ ਅਕਾਲ ਪੁਰਖ ਵਾਹਿਗੁਰੂ ਹੈ ਜੋ ਸਾਨੂੰ ਦੁੱਖ ਤੇ ਸੁੱਖ ਤੋਂ ਰਹਿਤ ਕਰਨ ਵਾਲਾ ਹੈ, ਜਿੰਦੀ ਕਿਰਪਾ ਦੇ ਨਾਲ ਦੁੱਖ ਤੇ ਸੁੱਖ ਜਿਹੜੇ ਨੇ ਉਹ ਖਤਮ ਹੋ ਜਾਣੇ ਨੇ। ਮਨੁੱਖ ਦਾ ਸੁਭਾਅ ਜਿਹੜਾ ਉਹ ਸਹਿਜ ਅਵਸਥਾ ਵਾਲਾ ਹੋ ਜਾਣਾ ਹੈ। ਸਾਰ ਨਾ ਜਾਣੀ, ਉਸ ਪ੍ਰਭੂ ਪਰਮਾਤਮਾ ਦੀ ਇੰਨੇ ਸਾਰ ਵੀ ਨਹੀਂ ਲਈ। ਜਿਵੇਂ ਘਰ ਦੇ ਵਿੱਚ ਕੋਈ ਮੈਂਬਰ ਬਜ਼ੁਰਗ ਹੋਵੇ ਨਾ ਤੇ ਉਹਨੂੰ ਕੋਈ ਮਿਲਣ ਆਵੇ ਤੇ ਉਹ ਫਿਰ ਸ਼ਿਕਾਇਤ ਕਰਦਾ, ਘਰ ਵਾਲੇ ਤਾਂ ਮੇਰੀ ਸਾਰ ਹੀ ਨਹੀਂ ਲੈਂਦੇ, ਭਾਵ ਮੈਨੂੰ ਸਮੇਂ ਸਿਰ ਸੰਭਾਲਦੇ ਨਹੀਂ ਹੈਗੇ।
ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜੋ ਅਕਾਲ ਪੁਰਖ ਵਾਹਿਗੁਰੂ ਤਤ ਸਰੂਪ ਹੈ ਸਾਰ ਨਾ ਜਾਣੀ, ਉਹਨੂੰ ਸਮੇਂ ਸਿਰ ਸੰਭਾਲਿਆ ਨਹੀਂ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਾਮ ਨਹੀਂ ਜਪਿਆ, ਸ਼ਾਮ ਵੇਲੇ ਉਸ ਪ੍ਰਭੂ ਪਰਮਾਤਮਾ ਨੂੰ ਯਾਦ ਕਰਕੇ ਨਹੀਂ ਸੁੱਤਾ, ਹਰ ਵਕਤ ਉਹਨੂੰ ਚੇਤੇ ਦੇ ਵਿੱਚ ਨਹੀਂ ਰੱਖਿਆ, ਇਹ ਸਾਰ ਜਾਣਨੀ ਹੈ। ਤਤੈ ਸਾਰ ਨਾ ਜਾਣੀ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਜਿਹੜੇ ਮਨੁੱਖ ਪਾਪ ਪੁੰਨ ਦੀ ਵਿਚਾਰ ਕਰਨ ਵਾਲੇ ਨੇ ਉਹ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕਦੇ ਯਾਦ ਨਹੀਂ ਕਰ ਸਕਦੇ ਹਨ ਜੀ। ਤਤੈ ਸਾਰ ਨ ਜਾਣੀ ਗੁਰੂ ਬਾਝੋ, ਤਤੈ ਸਾਰ ਨ ਜਾਣੀ। ਹੁਣ ਤਤ ਸਰੂਪ ਦੀ ਜਿਹੜੀ ਸਾਰੇ ਇਹ ਗੁਰੂ ਤੋਂ ਬਿਨਾਂ ਜਾਣੀ ਵੀ ਨਹੀਂ ਜਾਂਦੀ। ਗੁਰੂ ਤੋਂ ਬਿਨਾਂ ਕਿਉਂ ਨਹੀਂ ਜਾਣੀ ਜਾਂਦੀ? ਗੁਰੂ ਫਿਰ ਦੱਸਦਾ ਵੀ ਗੁਰਮੁਖ ਪਿਆਰਿਆ, ਤੂੰ ਜੋ ਕਰਮ ਕਰਦਾ ਨਾ, ਜਿਵੇਂ ਸ੍ਰੀ ਰਾਗ ਦੇ ਅੰਦਰ ਧੰਨ ਗੁਰਬਾਣੀ ਦੇ ਅੰਦਰ ਕਈ ਥਾਵਾਂ ਤੇ ਲਿਖਿਆ, ਧੰਨ ਗੁਰੂ ਮਹਾਰਾਜ ਜੀ ਨੇ ਦਰਜ ਕੀਤਾ ਹੈ, ਜਿਹਾ ਬੀਜੇ ਸੋ ਲੂਣੇ। ਇਹ ਵੀ ਤਾਂ ਹੁਣ ਆਪਾਂ ਸਰੀਰ ਰੂਪੀ ਖੇਤ ਦੇ ਵਿੱਚ ਬੀਜਦੇ ਹਾਂ, ਤੇ ਲੂਣੇ ਦਾ ਅਰਥ ਹੁੰਦਾ ਵੱਢਣਾ, ਫਿਰ ਉਹ ਕਰਮ ਬਣ ਜਾਂਦੇ ਨੇ, ਉਹਨਾਂ ਨੂੰ ਅਸੀਂ ਵੱਢਦੇ ਹਾਂ। ਤੱਤੇ ਸਾਰ ਨਾ ਜਾਣੀ ਗੁਰੂ ਬਾਝੋ। ਗੁਰੂ ਫਿਰ ਦੱਸਦਾ ਵੀ ਗੁਰਮੁਖ ਪਿਆਰਿਆ, ਤੂੰ ਸਰੀਰ ਦੇ ਨਾਲ ਜੋ ਕਰੇਗਾ ਨਾ, ਇਹ ਤੇਰਾ ਕਰਮ ਬੀਜ ਬਣ ਗਿਆ ਹੈ, ਤੇ ਇਹ ਕਰਮ ਬੀਜ ਜਿਹੜਾ ਇਹ ਤੇਰੇ ਸੰਸਕਾਰਾਂ ਦਾ ਬੂਟਾ ਖੜਾ ਹੋ ਗਿਆ ਹੈ। ਇਹਦੇ ਵਿੱਚੋਂ ਫਿਰ ਜਿਹੜਾ ਫਲ ਪ੍ਰਾਪਤ ਹੋਣਾ ਉਹ ਤੇਰਾ ਸੁਭਾਅ ਹੋਣਾ ਹੈ। ਜਿਹੜੀ ਇਹਦੇ ਚੋਂ ਸੁਗੰਧੀ ਆਉਣੀ ਉਹ ਤੇਰੇ ਸੁਭਾਅ ਵਾਲੀ ਆਉਣੀ ਹੈ। ਸਾਨੂੰ ਪਤਾ ਲੱਗ ਜਾਂਦਾ ਜਿਸ ਤਰ੍ਹਾਂ ਦਾ ਕਿਸੇ ਦਾ ਸੁਭਾਅ ਹੋਵੇ ਵੀ ਇਹਦੇ ਸੰਸਕਾਰ ਇਸ ਤਰ੍ਹਾਂ ਦੇ ਹੋਣਗੇ। ਤੱਤੇ ਸਾਰ ਨਾ ਜਾਣੀ ਗੁਰੂ ਬਾਝੋ। ਇਹ ਗੱਲ ਦਾ ਪਤਾ ਗੁਰੂ ਤੋਂ ਬਿਨਾਂ ਨਹੀਂ ਲੱਗਦਾ। ਗੁਰੂ ਦੀ ਪ੍ਰਾਪਤੀ ਹੋਏਗੀ, ਗੁਰੂ ਕਿਰਪਾ ਕਰੇਗਾ ਤੇ ਫਿਰ ਇਸ ਗੱਲ ਦਾ ਪਤਾ ਲੱਗੇਗਾ। ਜਦੋਂ ਇਹਦਾ ਪਤਾ ਲੱਗੇਗਾ ਤੇ ਫਿਰ ਗੁਰੂ ਕਿਰਪਾ ਕਰਦਾ, ਫਿਰ ਸੁਭਾਅ ਬਦਲ ਵੀ ਦੇਈਦਾ। ਜਦੋਂ ਸੁਭਾਅ ਬਦਲਦੇ ਫਿਰ ਕਰਮ ਮਨੁੱਖ ਬਦਲ ਦਿੰਦਾ ਹੈ। ਕਰਮ ਬਦਲ ਜਾਂਦਾ ਤੇ ਫਿਰ ਬੀਜ ਜਦੋਂ ਬਦਲ ਗਿਆ ਤੇ ਫਿਰ ਜਿਹੜੇ ਸੰਸਕਾਰ ਨੇ ਹੌਲੀ ਹੌਲੀ ਉਹ ਵੀ ਬਦਲ ਜਾਂਦੇ ਨੇ। ਸੋ ਗੁਰੂ ਜੀ ਇੱਥੇ ਸਾਨੂੰ ਦੱਸਦੇ ਨੇ, ਤੱਤੇ ਸਾਰ ਨਾ ਜਾਣੀ ਗੁਰੂ ਬਾਝੋ। ਗੁਰੂ ਤੋਂ ਬਿਨਾਂ ਤਤ ਸਰੂਪ ਦੀ ਸਾਰੇ ਜਿਹੜੀ ਸ੍ਰੇਸ਼ਟ ਗੱਲ ਹੈ, ਜਿਹੜੀ ਅਸਲ ਗਿਆਨ ਵਾਲੀ ਗੱਲ ਹੈ, ਜਿਹੜੀ ਉਹਦਾ ਪਤਾ ਨਹੀਂ ਜੇ ਲੱਗਦਾ। ਤੱਤੇ ਸਾਰ ਨਾ ਜਾਣੀ। ਗੁਰੂ ਮਹਾਰਾਜ ਨੇ ਦੂਜੀ ਵਾਰ ਫਿਰ ਦੁਹਰਾ ਕੇ ਆਖਿਆ ਵੀ ਇਹਦੇ ਤੇ ਜ਼ੋਰ ਦਿਓ, ਸਾਨੂੰ ਤੱਤ ਦਾ ਪਤਾ ਲੱਗੇ, ਅਸਲ ਗੱਲ ਦਾ ਪਤਾ ਲੱਗੇ ਵੀ ਪਾਪ ਤੇ ਪੁੰਨ ਹੁੰਦੇ ਕਿੱਥੋਂ ਨੇ। ਇਹ ਪਾਪ ਤੇ ਪੁੰਨ ਦਾ ਜਿਹੜਾ ਬੀਜ ਹੈ ਨਾ, ਇਹਨੂੰ ਖਤਮ ਕੀਤਾ ਜਾਵੇ, ਇਹਨਾਂ ਤੇ ਵਿਚਾਰ ਨਾ ਕੀਤੀ ਜਾਵੇ, ਇਹਨਾਂ ਨੂੰ ਖਤਮ ਕੀਤਾ ਜਾਵੇ। ਮੈਂ ਇੱਕ ਵਾਰੀ ਫਿਰ ਥੋੜ੍ਹਾ ਜਿਹਾ ਵਿਚਾਰਾਂ ਦੇ ਨਾਲ ਜੁੜਾਂਗਾ ਤਾਂ ਕਿ ਆਪ ਸੰਗਤ ਨੂੰ ਕੁਝ ਲਾਹਾ ਪ੍ਰਾਪਤ ਹੋ ਜਾਵੇ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ। ਹੁਣ ਅਸੀਂ ਪਾਪ ਤੇ ਪੁੰਨ ਦੀ ਵਿਚਾਰ ਕਰ ਲਈ। ਮੈਂ ਇੱਕ ਹੋਰ ਉਦਾਹਰਨ ਦੇ ਨਾਲ ਦੱਸਦਾ। ਕਈਆਂ ਅਖਬਾਰਾਂ ਦੇ ਵਿੱਚ ਨਾ ਰਾਸ਼ੀ ਫਲ ਹੁੰਦਾ ਹੈ। ਇਹ ਰਾਸ਼ੀ ਫਲ ਕੀ ਹੈ? ਅੱਜ ਤੇਰੇ ਨਾਲ ਕੀ ਹੋਏਗਾ, ਹੁੰਦਾ ਨਹੀਂ ਜਾਂ ਹੁੰਦਾ ਹੈ, ਇਹਦੇ ਨਾਲ ਮੇਰਾ ਕੋਈ ਮਤਲਬ ਨਹੀਂ। ਮੈਂ ਸਿਰਫ ਇੱਕ ਸਮਝਾਉਣ ਦਾ ਯਤਨ ਕੀਤਾ। ਜੇ ਸਾਨੂੰ ਪਤਾ ਲੱਗ ਗਿਆ ਵੀ ਅੱਜ ਸਾਡੇ ਨਾਲ ਇਹ ਹੋਏਗਾ ਤੇ ਫਿਰ ਅਸੀਂ ਕਰ ਵੀ ਕੀ ਸਕਦੇ, ਉਹ ਤਾਂ ਹੋ ਹੀ ਜਾਣਾ। ਸਾਡੇ ਹੱਥ ਦੇ ਵਿੱਚ ਇਤਨੀ ਪਾਵਰ ਨਹੀਂ ਹੈਗੀ ਵੀ ਸਾਨੂੰ ਪਤਾ ਲੱਗ ਗਿਆ ਸਾਡੇ ਨਾਲ ਆਹ ਹੋਣ ਵਾਲਾ ਹੈ ਤੇ ਅਸੀਂ ਉਹਨੂੰ ਬਦਲ ਸਕੀਏ। ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ। ਇਸ ਤਰ੍ਹਾਂ ਕਈ ਮਨੁੱਖ ਨੇ ਉਹ ਕੇਵਲ ਤੇ ਕੇਵਲ ਪਾਪ ਤੇ ਪੁੰਨ ਦੀ ਹੀ ਵਿਚਾਰ ਕਰਦੇ ਰਹਿੰਦੇ ਨੇ ਵੀ ਹੁਣ ਮੇਰੇ ਪਾਪ ਕਿੰਨੇ ਹੋ ਗਏ ਨੇ, ਪੁੰਨ ਕਿੰਨੇ ਹੋ ਗਏ ਨੇ, ਤੇ ਪਿਛਲੇ ਮੈਂ ਪੁੰਨ ਕਿੰਨੇ ਭੋਗ ਲਏ ਨੇ ਤੇ ਪਾਪ ਕਿੰਨੇ ਭੋਗ ਲਏ ਨੇ। ਇਸ ਵਿਚਾਰ ਦੇ ਵਿੱਚ ਹੀ ਜ਼ਿੰਦਗੀ ਜਿਹੜੀ ਉਹ ਖਰਾਬ ਕਰ ਦਿੰਦੇ ਨੇ। ਇਹ ਪਾਪ ਤੇ ਪੁੰਨ ਨੇ ਜਿਹੜੇ, ਇਹ ਪੈਦਾ ਕਿੱਥੋਂ ਹੋਏ ਨੇ? ਇਹ ਪਾਪ ਤੇ ਪੁੰਨ ਮੈਨੂੰ ਲੱਗੇ ਕਿੱਥੋਂ ਨੇ? ਇਹ ਪਾਪ ਤੇ ਪੁੰਨ ਮੇਰੇ ਅੰਦਰੋਂ ਧੋਤੇ ਕਿਵੇਂ ਜਾਣਗੇ? ਇਸ ਗੱਲ ਤੇ ਵਿਚਾਰ ਨਹੀਂ ਕਰਦੇ। ਹੁਣ ਜੇ ਵਿਚਾਰ ਇਹਦੇ ਤੇ ਕੀਤੀ ਹੁੰਦੀ ਵੀ ਪਾਪ ਤੇ ਪੁੰਨ ਜਿਹੜੇ ਨੇ ਇਹਨਾਂ ਨੂੰ ਮੈਂ ਧੋਵਾਂ ਕਿਵੇਂ, ਇਹਨਾਂ ਤੋਂ ਨਿਫਲ ਫੰਡ ਕਿਵੇਂ ਹੋਵਾਂ, ਇਹਨਾਂ ਦਾ ਕਰਜ਼ਾ ਮੇਰੇ ਸਿਰ ਤੋਂ ਕਿਵੇਂ ਲਵੇ। ਤੱਤੇ ਸਾਰ ਨਾ ਜਾਣੀ। ਉਸ ਤੱਤ ਦੀ ਤਾਂ ਇਹਨੇ ਸਾਰ ਨਹੀਂ ਲਈ। ਉਹ ਤੱਤ ਹੈ ਅਕਾਲ ਪੁਰਖ ਵਾਹਿਗੁਰੂ ਦਾ ਨਾਮ, ਉਸ ਦੀ ਭਜਨ ਬੰਦਗੀ, ਉਸੇ ਪਾਸੇ ਨਹੀਂ ਲੱਗਿਆ। ਫਿਰ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ, ਫਿਰ ਹੋਰ ਦੁਹਰਾਉਂਦੇ ਨੇ ਸਾਨੂੰ ਤਾਂ ਕਿ ਗੱਲ ਦੀ ਚੰਗੀ ਤਰ੍ਹਾਂ ਸਮਝ ਲੱਗ ਜਾਵੇ। ਤੱਤੇ ਸਾਰ ਨਾ ਜਾਣੀ ਗੁਰੂ ਬਾਝੋ। ਹੁਣ ਗੁਰੂ ਜੀ ਦੱਸਦੇ ਨੇ ਇਹ ਗੁਰੂ ਤੋਂ ਬਿਨਾਂ ਇਹਨਾਂ ਨਹੀਂ ਪਤਾ ਲੱਗੇਗਾ। ਗੁਰੂ ਸੋਝੀ ਦੇਵੇਗਾ ਤੇ ਫਿਰ ਹੀ ਇਸ ਗੱਲ ਦਾ ਪਤਾ ਲੱਗੇਗਾ ਵੀ ਪਾਪ ਤੇ ਪੁੰਨ ਨੇ ਜਿਹੜੇ ਬੀਜ ਕਿੱਥੋਂ ਖਤਮ ਹੋਵੇਗਾ। ਕਿੰਦੀ ਕਿਰਪਾ ਦੇ ਨਾਲ ਪਾਪ ਤੇ ਪੁੰਨ ਦਾ ਬੀਜ ਹੈ ਨਾ ਜਿਹੜਾ, ਇਹ ਖਤਮ ਹੋ ਜਾਏਗਾ। ਮੈਂ ਆਪ ਜੀ ਨੂੰ ਇੱਕ ਨਿੱਕੀ ਜੀ ਸਾਖੀ ਸੁਣਾਉਣਾ। ਆਪ ਜੀ ਨੇ ਸਦਨਾ ਜੀ ਦਾ ਨਾਮ ਸੁਣਿਆ ਹੋਣਾ ਹੈ। ਸਦਨਾ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇੱਕੋ ਹੀ ਸ਼ਬਦ ਦਰਜ ਹੈ ਤੇ ਉਹ ਹੈ ਬਿਲਾਵਲ ਰਾਗ ਦੇ ਅੰਦਰ। ਜਿਤਨੇ ਵੀ ਉਸ ਸਮੇਂ ਦੇ ਬ੍ਰਾਹਮਣ ਤੇ ਮਲਾਣੇ ਸਨ ਨਾ,
ਉਹ ਸਦਨੇ ਜੀ ਦੇ ਨਾਲ ਈਰਖਾ ਕਰਦੇ ਸਨ। ਤੇ ਈਰਖਾ ਕਿਹੜੀ ਗੱਲ ਦੀ ਜੀ? ਈਰਖਾ ਇਸ ਗੱਲ ਦੀ ਸੀ, ਸਦਨਾ ਜੀ ਨੇ ਤੱਤ ਨੂੰ ਜਾਣ ਲਿਆ ਸੀ, ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਵਾਲਾ ਹੋ ਗਿਆ ਸੀ। ਤੇ ਬ੍ਰਾਹਮਣ ਸਨ ਜਿਹੜੇ, ਪੰਡਤ ਸਨ ਜਿਹੜੇ, ਜਾਂ ਮੁਲਾਣੇ ਸਨ ਉਸ ਸਮੇਂ ਦੇ ਮੁਸਲਮਾਨ, ਇਹਨਾਂ ਨੂੰ ਤੱਤ ਦੀ ਤਾਂ ਪ੍ਰਾਪਤੀ ਨਹੀਂ ਸੀ। ਇਹ ਕੇਵਲ ਤੇ ਕੇਵਲ ਧਰਮ ਦੇ ਠੇਕੇਦਾਰ ਹੀ ਬਣੇ ਹੋਏ ਸਨ। ਹੋਰ ਇਹਨਾਂ ਦੇ ਪੱਲੇ ਕੁਝ ਵੀ ਨਹੀਂ ਸੀ। ਨਾ ਇਹਨਾਂ ਦੇ ਕੁਝ ਪੱਲੇ ਸੀ, ਨਾ ਇਹਨਾਂ ਨੇ ਕਦੀ ਇਸ ਪਾਸੇ ਤੁਰਨ ਦਾ ਯਤਨ ਕੀਤਾ ਵੀ ਸਾਡੇ ਕੁਝ ਪੱਲੇ ਪੈ ਜਾਵੇ। ਕੇਵਲ ਤੇ ਕੇਵਲ ਧਾਰਮਿਕ ਇੱਕ ਕਿਰਿਆ ਜੀ ਬਣੀ ਹੋਈ ਸੀ। ਤੇ ਦੁਨੀਆ ਸੀ ਜਿਹੜੀ ਉਹ ਫਿਰ ਸਦਨਾ ਜੀ ਦੇ ਨਾਲ ਜੁੜਨ ਲੱਗੀ, ਇਹਦੇ ਉਪਦੇਸ਼ ਨੂੰ ਲੈਣ ਲੱਗੀ। ਇਹਨਾਂ ਸਾਰਿਆਂ ਨੇ ਸਮੇਂ ਦੇ ਬਾਦਸ਼ਾਹ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ ਵੀ ਇੱਕ ਨਾ ਹੈਗਾ ਤਾਂ ਕਸਾਈ ਸੀ ਤੇ ਹੁਣ ਵੱਡਾ ਭਗਤ ਬਣ ਗਿਆ, ਕਿਉਂਕਿ ਸਦਨਾ ਜੀ ਕਸਾਈ ਸਨ, ਬੱਕਰੇ ਵੱਢਿਆ ਕਰਦੇ ਸਨ। ਜਾ ਕੇ ਸ਼ਿਕਾਇਤ ਕਰ ਦਿੱਤੀ ਵੀ ਇੱਕ ਹੈਗਾ ਤੇ ਕਸਾਈ ਸੀ, ਹੁਣ ਵੱਡਾ ਭਗਤ ਬਣਿਆ ਫਿਰਦਾ ਤੇ ਉਹ ਤਾਂ ਲੋਕਾਂ ਨੂੰ ਨਾ ਮੰਦਿਰ ਤੇ ਮਸਜਿਦ ਦੇ ਵਿੱਚ ਜਾਣੋਂ ਹੀ ਹਟਾ ਦਿੱਤਾ ਉਹਨੇ ਤਾਂ। ਤੇ ਸਾਰੇ ਉਹਦੇ ਕੋਲ ਹੀ ਜਾਂਦੇ ਨੇ, ਮੰਦਿਰ ਮਸਜਿਦ ਦੇ ਵਿੱਚ ਤਾਂ ਕੋਈ ਜਾਂਦਾ ਹੀ ਨਹੀਂ। ਤੇ ਬਾਦਸ਼ਾਹ ਨੇ ਆਖਿਆ ਜੇ ਇਤਨਾ ਗੁਨਾਹਗਾਰ ਹੈ ਤੇ ਲਿਆਓ ਉਹਨੂੰ ਕੰਧ ਦੇ ਵਿੱਚ ਚਿਣ ਦਿੰਦੇ ਆ। ਕਹਿੰਦੇ ਨੇ ਕਿਲੇ ਦੇ ਕੰਧ ਦੇ ਵਿੱਚ ਇਹਨੂੰ ਚਿੰਨ ਲੱਗੇ ਸਦਨਾ ਜੀ ਨੂੰ। ਜਦੋਂ ਸਦਨਾ ਜੀ ਨੂੰ ਚਿੰਨ ਲੱਗੇ ਤੇ ਸਦਨਾ ਜੀ ਨੇ ਉਸ ਪਰਮਾਤਮਾ ਨੂੰ ਆਖਿਆ, ਸੱਚੇ ਸਤਿਗੁਰ ਜੀ ਇਹ ਮੈਨੂੰ ਚਿੰਨ ਲੱਗੇ ਨੇ ਤੇ ਮੇਰੀ ਰੱਖਿਆ ਕਰ। ਉਹ ਪਰਮਾਤਮਾ ਨੇ ਆਖਿਆ ਤੇਰੀ ਮੌਤ ਇਵੇਂ ਲਿਖੀ ਹੈ। ਥੋੜਾ ਵਿਚਾਰਾਂ ਨਾਲ ਇੱਥੇ ਜੁੜਿਓ, ਫਿਰ ਤੁਹਾਨੂੰ ਕਰਮਾਂ ਦਾ ਪਤਾ ਲੱਗੇਗਾ ਤੇ ਕਰਮ ਬਦਲਦੇ ਕਿਵੇਂ ਨੇ ਉਹ ਵੀ ਗੱਲ ਦੀ ਸਮਝ ਆ ਜਾਏਗੀ। ਕਹਿੰਦੇ ਨੇ ਪਰਮਾਤਮਾ ਨੇ ਇਹਨੂੰ ਆਖਿਆ ਵੀ ਤੇਰੇ ਕਰਮ ਨੇ ਨਾ ਜਿਹੜੇ ਉਹ ਇਵੇਂ ਹੀ ਲਿਖੇ ਨੇ, ਭਾਵ ਤੂੰ ਇਸੇ ਤਰ੍ਹਾਂ ਹੀ ਮਰਨਾ ਹੈ। ਇਹ ਕਹਿੰਦਾ ਮੈਨੂੰ ਮੌਤ ਤੋਂ ਡਰ ਨਹੀਂ ਲੱਗਦਾ। ਫਿਰ ਡਰ ਕਾਹਦੇ ਤੋਂ ਲੱਗਦਾ? ਕਰਲਾਨਾ ਕਿਉਂ ਮੈਂ ਮਰ ਜਾ? ਨਹੀਂ, ਮੈਂ ਬਦਨਾਮੀ ਲੈ ਕੇ ਨਹੀਂ ਮਰਨਾ। ਬਦਨਾਮੀ ਕਾਹਦੀ ਹੈ? ਲੋਕੀ ਇਹ ਆਖਣਗੇ ਵੀ ਕਸਾਈ ਦਾ ਕਸਾਈ ਰਹਿ ਗਿਆ ਨਾ, ਕੰਧ ਚੜ੍ਹ ਕੇ ਮਰ ਗਿਆ, ਮੈਂ ਪੰਗੇ ਲੈਂਦਾ ਸੀ ਵਿਦਵਾਨਾਂ ਨਾਲ, ਪੰਡਤਾਂ ਮੁਲਾਣੇ ਨਾਲ ਪੰਗੇ ਲੈਂਦਾ ਸੀ। ਕਹਿੰਦਾ ਆਹ ਬਦਨਾਮੀ ਮੈਨੂੰ ਮਿਲ ਜਾਣੀ ਹੈ, ਮੈਂ ਇੱਕ ਵਾਰੀ ਫੇਰ ਧਰਾਵਾਂਗਾ। ਜਦੋਂ ਪਰਮਾਤਮਾ ਨੇ ਆਖਿਆ ਨਾ ਤੇਰੇ ਕਰਮਾਂ ਦੇ ਵਿੱਚ ਇਸੇ ਕੰਧ ਦੇ ਵਿੱਚ ਦਮ ਘੁੱਟ ਕੇ ਮਰਨਾ ਲਿਖਿਆ ਹੈ ਤੇ ਤੂੰ ਮਰ ਜਾ। ਇਹ ਕਹਿੰਦਾ ਮੈਨੂੰ ਮੌਤ ਤੋਂ ਡਰ ਨਹੀਂ ਲੱਗਦਾ, ਮੈਨੂੰ ਬਦਨਾਮੀ ਤੋਂ ਡਰ ਲੱਗਦਾ ਹੈ। ਮੈਂ ਬਦਨਾਮ ਹੋ ਕੇ ਨਹੀਂ ਮਰਨਾ ਚਾਹੁੰਦਾ। ਤੇ ਪਰਮਾਤਮਾ ਨੇ ਆਖਿਆ ਫਿਰ ਬਦਨਾਮੀ ਕਾਹਦੀ? ਕਹਿੰਦਾ ਇਹ ਥੋੜੀ ਬਦਨਾਮੀ ਹੈਗਾ, ਮੈਂ ਤੇਰਾ ਭਗਤ ਹਾਂ। ਤੇ ਲੋਕੀ ਮੈਨੂੰ ਅੱਜ ਵੀ ਇਹ ਕਸਾਈ ਆਖਣ, ਕਸਾਈ ਵਾਲੀ ਮੋਹਰ ਜੇ ਨਾ ਧੋਤੀ ਗਈ ਤੇ ਫਿਰ ਮੇਰਾ ਇਹ ਬਦਨਾਮੀ ਦੇ ਨਾਲ ਜਿਹੜਾ ਮਰਨਾ ਹੈ ਨਾ, ਇਹਦੇ ਤੋਂ ਮੈਨੂੰ ਡਰ ਲੱਗਦਾ ਹੈ। ਲੋਕੀ ਆਖਣਗੇ ਕਸਾਈ ਦਾ ਕਸਾਈ ਰਹਿ ਗਿਆ ਨਾ, ਮਰ ਗਿਆ ਨਾ ਕੰਧ ਦੇ ਵਿੱਚ। ਜੇ ਚੰਗਾ ਕੰਮ ਕਰਦਾ ਆਪਾਂ ਕਹਿ ਦਿੰਦੇ ਆ ਨਾ ਪੰਗੇ ਲੈਂਦਾ ਤੈਨੂੰ ਭਈ ਕੁਝ ਨਹੀਂ ਸੀ ਹੋਣਾ। ਸੋ ਉਸ ਵਕਤ ਫਿਰ ਇਹਨੇ ਸ਼ਬਦ ਦੇ ਵਿੱਚ ਦਰਜ ਕੀਤਾ, ਬਿਲਾਵਲ ਰਾਗ ਦੇ ਵਿੱਚ ਇਹ ਸ਼ਬਦ ਹੈ। ਤੇ ਆਪ ਬਿਲਾਵਲ ਰਾਗ ਦੀ ਭਗਤ ਬਾਣੀ ਨੂੰ ਪੜ੍ਹ ਕੇ ਦੇਖਿਓ। ਇਹ ਸ਼ਬਦ ਇੱਥੋਂ ਸ਼ੁਰੂ ਹੁੰਦਾ, ਨਿਰਪ ਕੰਨਿਆ ਕੇ ਕਾਰਨਿਕ ਭਇਆ ਭੇਖ ਤਾਰੀ ਕਾ ਮਾਰਥੀ ਸਵਾਰਥੀ ਵਾਕੀ ਪੈ ਸਵਾਰੀ। ਫਿਰ ਇਹ ਕੀ ਕਹਿੰਦਾ ਹੈ? ਜਦੋਂ ਪਰਮਾਤਮਾ ਨੇ ਕਿਹਾ ਨਾ ਤੂੰ ਇੱਥੇ ਦੱਬ ਕੇ ਮਰਨਾ, ਤੇਰੇ ਕਰਮਾਂ ਦੇ ਵਿੱਚ ਇਹ ਲਿਖਿਆ, ਤੇ ਨੇ ਪਰਮਾਤਮਾ ਨੂੰ ਕਹੇ ਤਬ ਗੁਣ ਕਹਾ ਜਗਤ ਗੁਰਾ। ਹੇ ਵੈਗੁਰੂ ਤੂੰ ਸੰਸਾਰ ਦਾ ਗੁਰੂ ਹੈ ਤੇ ਤੇਰੇ ਗੁਣ ਆਖਣ ਦਾ ਕੀ ਫਾਇਦਾ? ਜੋ ਕਰਮ ਨਾ ਨਾਸੇ। ਜੇ ਮੇਰੇ ਕਰਮ ਹੀ ਨਾ ਟਲੇ ਤੇ ਫਿਰ ਤੇਰਾ ਨਾਂ ਜਪਣ ਦਾ ਕੀ ਫਾਇਦਾ ਹੋਇਆ? ਇੱਕ ਵਾਰੀ ਮੈਂ ਫਿਰ ਇਹ ਤੁਕ ਪੜਾਂ। ਬਿਲਾਵਲ ਰਾਗ ਦੇ ਅੰਦਰ ਭਗਤ ਬਾਣੀਏ ਸ਼ਬਦ ਦੇ ਭਗਤ ਸਦਨਾ ਜੀ ਦਾ ਅੰਗ ਮੇਰੇ ਥੋੜਾ ਯਾਦ ਨਹੀਂ ਤਾਂ ਮੈਂ ਅੰਗ ਵੀ ਦੱਸ ਦੇਣਾ ਸੀ। ਜਦੋਂ ਪਰਮਾਤਮਾ ਨੇ ਕਿਹਾ ਤੇਰੇ ਕਰਮਾਂ ਦੇ ਵਿੱਚ ਲਿਖਿਆ ਤੂੰ ਕੰਧ ਦੇ ਵਿੱਚ ਹੀ ਮਰਨਾ ਹੈ, ਤੇ ਇਹਨੇ ਫਿਰ ਉੱਥੇ ਪਰਮਾਤਮਾ ਨੂੰ ਆਖਿਆ ਸੀ ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੇ। ਜੇ ਮੇਰੇ ਕਰਮ ਹੀ ਨਹੀਂ ਨਸੇ, ਭਾਵ ਕਰਮ ਹੀ ਨਾਸ ਨਹੀਂ ਹੋਏ, ਤੇ ਫਿਰ ਤੇਰਾ ਨਾਂ ਜਪਣ ਦਾ ਮੈਨੂੰ ਦੱਸ ਫਾਇਦਾ ਕੀ ਹੋਇਆ? ਤੇ ਕਹਿੰਦੇ ਨੇ ਉਦੋਂ ਕੰਧ ਪਾਟ ਗਈ ਸੀ ਕਿਲੇ ਦੀ, ਤੇ ਜਿਹੜੇ ਥੱਲੇ ਤਮਾਸ਼ਗੀਰ ਵੇਖ ਰਹੇ ਸਨ ਨਾ ਵੀ ਹੁਣ ਸੂਤ ਆਇਆ ਹੈ, ਉਹ ਸਾਰੇ ਦੇ ਸਾਰੇ ਥੱਲੇ ਆਣ ਕੇ ਮਰ ਗਏ ਸਨ। ਸੋ ਧੰਨ ਗੁਰੂ ਮਹਾਰਾਜ ਜੀ, ਗੁਰੂ ਅਮਰਦਾਸ ਜੀ ਵੀ ਅੱਜ ਇਹੀ ਗੱਲ ਸਾਨੂੰ ਦੱਸਦੇ ਨੇ ਵੀ ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੇ। ਉਸ ਪਰਮਾਤਮਾ ਦਾ ਨਾਮ ਜਪੀਏ ਜਿਹਦੇ ਨਾਲ ਕਰਮਾਂ ਦਾ ਨਾਸ ਹੋ ਜਾਵੇ, ਮਾੜੇ ਕਰਮ ਨੇ ਜਿਹੜੇ ਉਹ ਖਤਮ ਹੋ ਜਾਣ, ਤੇ ਪਾਪ ਪੁੰਨ ਦੀ ਵਿਚਾਰ ਕਰਨ ਦੀ ਲੋੜ ਹੀ ਨਹੀਂ ਜਦੋਂ ਮਾੜੇ ਕਰਮ ਖਤਮ ਹੋ ਗਏ। ਕਿਉਂਕਿ ਪਾਪ ਹੈ ਜਿਹੜਾ ਇਹ ਦੁੱਖ ਰੂਪ ਹੋ ਕੇ ਸਾਨੂੰ ਮਿਲਦਾ ਹੈ, ਤੇ ਪੁੰਨ ਜਿਹੜਾ ਹੈ ਸੁਖ ਰੂਪ ਹੋ ਕੇ ਮਿਲਦਾ ਹੈ। ਪਾਪ ਤੇ ਪੁੰਨ ਆਪ ਪਰਮਾਤਮਾ ਵਾਹਿਗੁਰੂ ਫਿਰ ਉਹਦਾ ਨਾਮ ਜਪਣ ਕਰਕੇ ਸਾਡੇ ਕਰਮਾਂ ਦੇ ਵਿੱਚੋਂ ਧੋ ਦੇਗਾ, ਤੇ ਸਾਡਾ ਜੀਵਨ ਹੈ ਜਿਹੜਾ ਉਹ ਬੰਦਗੀ ਸਿਮਰਨ ਵਾਲਾ ਹੋ ਜਾਏਗਾ।
ਸੋ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਸਾਨੂੰ ਇਹ ਦੱਸਿਆ ਹੈ ਵੀ ਅਸੀਂ ਭਜਨ ਕਰੀਏ, ਬੰਦਗੀ ਕਰੀਏ ਉਸ ਪ੍ਰਭੂ ਪਰਮਾਤਮਾ ਦੀ। ਇਹ ਤੱਤ ਹੈ ਤੇ ਇਸ ਤੱਤ ਦੀ ਸਾਰ ਨੂੰ ਜਾਣਨਾ ਕਰੀਏ ਜੀ। ਇਹੀ ਗੁਣੀ ਸੰਸਾਰ ਬ੍ਰਹਮ ਸੁਤਾ ਸੁਤਿਆ ਰਹਿਣ ਵਿਹਾਣੀ। ਹੁਣ ਗੁਰੂ ਮਹਾਰਾਜ ਜੀ ਇੱਥੇ ਰਹਿਮਤ ਕਰਦੇ ਨੇ, ਅਗਲੀ ਤੁਕ ਦੇ ਵਿੱਚ ਸਾਨੂੰ ਇਹ ਦੱਸਦੇ ਨੇ ਵੀ ਅਸੀਂ ਤੱਤ ਦੇ ਨਾਲ ਕਿਉਂ ਨਹੀਂ ਜੁੜਦੇ। ਅਸੀਂ ਪਾਪ ਪੁੰਨ ਦੇ ਨਾਲ, ਸੁੱਖ ਦੁੱਖ ਦੇ ਨਾਲ ਜੁੜ ਜਾਂਦੇ ਹਾਂ, ਉਸ ਪ੍ਰਭੂ ਪਰਮਾਤਮਾ ਦੀ ਬੰਦਗੀ ਦੇ ਨਾਲ ਕਿਉਂ ਨਹੀਂ ਜੁੜਦੇ। ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਨੇ ਮਾਇਆ। ਤੇ ਮਾਇਆ ਜਿਹੜੀ ਇਹ ਤ੍ਰਿਗੁਣ ਹੈ, 3 ਗੁਣ ਨੇ, ਤ੍ਰਿਗੁਣੀ ਮਾਇਆ ਹੈ। ਮਾਇਆ ਦੇ ਵਿੱਚ 3 ਗੁਣ ਨੇ। ਇਹ ਤਿੰਨਾਂ ਗੁਣਾਂ ਦੇ ਨਾਲ ਮਨੁੱਖ ਨੂੰ ਆਪਣੇ ਵਿੱਚ ਜਕੜ ਲੈਂਦੀ ਏ। ਉਹ 3 ਗੁਣ ਕਿਹੜੇ ਨੇ? ਤਿਹੀ ਗੁਣੀ ਸੰਸਾਰ ਭ੍ਰਮ ਸੁਤਾ। ਤਿੰਨਾਂ ਗੁਣਾਂ ਦੇ ਵਿੱਚ ਮਨੁੱਖ ਨੂੰ ਅਗਿਆਨਤਾ ਦੀ ਨੀਂਦ ਸੁਆ ਦਿੰਦੀ ਹੈ। 3 ਗੁਣ ਨੇ, ਰਜੋਗੁਣ, ਤਮੋਗੁਣ ਤੇ ਸਤੋਗੁਣ। ਹੁਣ ਇਹ 3 ਗੁਣ ਜਿਹੜੇ ਨੇ ਇਹਨਾਂ ਨੂੰ ਥੋੜਾ ਜਿਹਾ ਆਪਾਂ ਖੋਲਾਂਗੇ। ਰਜੋਗੁਣ ਕੀ ਏ? ਰਜੋਗੁਣ ਨੇ ਇਹ ਰਾਜਸੀ ਬਿਰਤੀ, ਰਾਜਿਆਂ ਵਰਗਾ ਸੁਭਾਅ। ਹੁਣ ਰਾਜਿਆਂ ਦਾ ਸੁਭਾਅ ਕੀ ਹੁੰਦਾ ਹੈ? ਰਾਜੇ ਨੂੰ ਦੂਜਾ ਰਾਜਾ ਕਦੇ ਚੰਗਾ ਨਹੀਂ ਲੱਗਦਾ। ਰਾਜਸੀ ਬੀਤੀ ਰਜੋਗੁਣ ਜਿਹੜਾ ਇਹ ਕੀ ਹੈ? ਰਾਜੇ ਨੂੰ ਦੂਜਾ ਰਾਜਾ ਹੈ ਨਾ ਜਿਹੜਾ, ਉਹ ਕਿਤਨਾ ਵੀ ਚੰਗਾ ਤੇ ਕਿਤਨਾ ਵੀ ਨੇਕ ਹੋਵੇ ਤੇ ਉਹਨੂੰ ਚੰਗਾ ਨਹੀਂ ਲੱਗਦਾ। ਨੰਬਰ 1। ਨੰਬਰ 2, ਕੋਈ ਵੀ ਰਾਜਾ ਕਦੇ ਇਹ ਨਹੀਂ ਕਹਿੰਦਾ ਵੀ ਮੇਰੀ ਜਿਹੜੀ ਇਹ ਹੱਦ ਹੈ ਨਾ ਜਿਹਦੇ ਵਿੱਚ ਮੈਂ ਆਪਣਾ ਰਾਜ ਕਰ ਰਿਹਾ, ਇੰਨਾ ਕੋਈ ਬਹੁਤ ਏ ਤੇ ਨਾਲ ਦਾ ਗਵਾਂਢੀ ਵੀ ਸੁਖੀ ਵਸਦਾ ਤੇ ਮੈਂ ਵੀ ਸੁਖੀ ਵਸਾਂ। ਹਮੇਸ਼ਾ ਬਿਰਤੀ ਇਹ ਬਣੀ ਰਹਿੰਦੀ ਵੀ ਜੇ ਇਹਦੇ 2 ਪਿੰਡ ਨਾਲ ਹੋਰ ਰਲਾ ਲਈਏ ਨਾ। ਹੁਣ ਵੇਖੋ ਆ ਰਸ਼ੀਆ ਹੈ, ਕੋਈ ਕਿਤੇ ਛੋਟਾ ਦੇਸ਼ ਹੈ, ਕਿੱਡਾ ਵੱਡਾ ਹੈ, ਤੇ ਦੂਜੇ ਦਾ ਨਾਮ ਹੁਣ ਮੈਨੂੰ ਯਾਦ ਨਹੀਂ ਹੈਗਾ। ਉਹ ਛੋਟਾ ਜਿਹਾ ਦੇਸ਼ ਦੱਸਦੇ ਨੇ, ਜ਼ਿਆਦਾ ਤੇ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਉਧਰ ਧਿਆਨ ਨਹੀਂ ਕਦੀ ਦਿੱਤਾ। ਤੇ ਉਹਦਾ ਇਹ ਹੈ ਵੀ ਮੈਂ ਇਹਨੂੰ ਵੀ ਹੜਪਣਾ। ਹੁਣ ਇੱਕ ਬੰਦੇ ਕੋਲੇ 10 ਜਾਂ 50 ਕਿੱਲੇ ਪੈਲੀ ਏ ਤੇ ਉਹਦਾ ਗਵਾਂਢੀ ਜਿਹੜਾ ਹੈ ਉਹ 2 ਕਿੱਲਿਆਂ 'ਚ ਜਾਂ ਕਿੱਲੇ 'ਚ, ਤੇ ਉਹ 10-20 ਕਿੱਲਿਆਂ ਵਾਲਾ ਨਾ ਜਿਹੜਾ ਚੋਖੀ ਜ਼ਮੀਨ ਵਾਲਾ ਜਿਹੜਾ, ਉਹਦਾ ਇਹ ਖਿਆਲ ਹੁੰਦਾ ਵੀ ਕਿੱਲਾ ਵੇਚ ਦੇਵੇ ਤੇ ਮੈਂ ਲੈ ਲਵਾਂ। ਇਹ ਕੀ ਹੈ? ਇਹ ਰਜੋਗੁਣ ਹੈ, ਰਾਜਸੀ ਨੀਤੀ ਹੈ। ਭਾਵ ਸਦਾ ਹੀ ਦੂਜੇ ਨੂੰ ਖਰੀਦਦੇ ਰਹਿਣਾ, ਦੂਜੇ ਨੂੰ ਆਪਣੇ ਵਿੱਚ ਰਲਾਉਂਦੇ ਰਹਿਣਾ। ਇਸ ਤਰ੍ਹਾਂ ਦੀਆਂ ਰਾਜਨੀਤੀ ਖਿਆਲ ਦੀਆਂ ਜਿਹੜੀਆਂ ਭਾਵਨਾਵਾਂ ਨੇ ਇਹ ਰਜੋਗੁਣ ਹੈ। ਰਜੋਗੁਣ ਫਿਰ ਇਹ ਤਮੋਗੁਣ, ਇਹ ਹੈ ਤਾਮਸੀ ਬਿਰਤੀ। ਇਸ ਮਨੁੱਖ ਦੀ ਪਛਾਣ ਇਹ ਹੈ ਕਿ ਇਹਦੇ ਅੰਦਰ ਕ੍ਰੋਧ ਲੋੜ ਤੋਂ ਜ਼ਿਆਦਾ ਹੁੰਦਾ ਹੈ। ਇਸ ਦੇ ਅੰਦਰ ਕ੍ਰੋਧ ਬਹੁਤ ਹੋਏਗਾ। ਇਹ ਮਨੁੱਖ ਹੈ ਜਿਹੜਾ ਕਾਮੀ, ਕ੍ਰੋਧੀ, ਵਕਾਰੀ, ਇਹ ਮਨੁੱਖ ਹੱਦ ਤੋਂ ਜ਼ਿਆਦਾ ਵਕਾਰੀ ਹੋਏਗਾ। ਕਿਉਂ ਹੋਏਗਾ? ਇੱਕ ਮਨੁੱਖ ਹੈ, ਉਹਨੇ ਯਤਨ ਕੀਤਾ ਵੀ ਮੈਨੂੰ ਇਹ ਕੁਝ ਪ੍ਰਾਪਤ ਹੋ ਜਾਵੇ, ਉਸ ਨੂੰ ਪ੍ਰਾਪਤ ਨਹੀਂ ਹੋਇਆ, ਦੂਜੇ ਨੂੰ ਪ੍ਰਾਪਤ ਹੋ ਗਿਆ। ਜਦੋਂ ਦੂਜੇ ਨੂੰ ਪ੍ਰਾਪਤ ਹੋ ਗਿਆ ਤੇ ਉਹਨੂੰ ਫਿਰ ਕ੍ਰੋਧ ਚੜੇਗਾ ਵੀ ਜੇ ਇਹ ਨਾ ਹੁੰਦਾ ਤੇ ਮੈਨੂੰ ਪ੍ਰਾਪਤ ਹੋ ਜਾਣਾ ਸੀ। ਤਮਾ ਦਾ ਨਾਂ ਭਰਨਾ, ਤਾਮਸੀ ਬਿਰਤੀ ਨੂੰ ਸੌਖਾ ਸਮਝ ਲਈਏ। ਮਨੁੱਖ ਦੀ ਅੰਦਰ ਸੰਤੋਖ ਦਾ ਨਾਂ ਟਿਕਣਾ, ਤਮਾ ਨਾ ਭਰਨੀ। ਤੇ ਤੀਜਾ ਹੈ ਸਤੋਗੁਣ, ਇਹ ਹੈ ਕੱਟੜਵਾਦ। ਸਤੋਗੁਣ ਜਿਹੜਾ ਹੈ ਨਾ ਇਹ ਕੱਟੜਵਾਦ ਹੈ। ਚੱਲਦਾ ਤੇ ਸੱਚ ਦੇ ਮਾਰਗ ਤੇ ਹੈ, ਪਰ ਆਪਣੇ ਮਾਰਗ ਤੇ ਚੱਲਦਾ ਹੋਇਆ ਉਹ ਕੱਟੜ ਹੋ ਗਿਆ ਹੈ। ਦੂਜੇ ਧਰਮਾਂ ਦੀ ਨਿਖੇਧੀ ਕਰਦਾ ਹੈ, ਦੂਜੇ ਧਰਮਾਂ ਦੀ ਨਿੰਦਿਆ ਕਰਦਾ ਹੈ। ਇਹ ਕੱਟੜਵਾਦ। ਇਹ 3 ਗੁਣ ਨੇ। ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਇਹ 3 ਗੁਣ ਨੇ ਤੇ ਇਹਨਾਂ 3 ਗੁਣਾਂ ਕਰਕੇ ਸਾਰਾ ਸੰਸਾਰ ਹੀ ਨਾ ਅਗਿਆਨਤਾ ਦੀ ਨੀਂਦ ਵਿੱਚ ਸੁੱਤਾ ਹੈ ਤੇ ਤੱਤ ਨੂੰ ਨਹੀਂ ਜਾਣਦਾ। ਕੋਈ ਤਾਂ ਰਾਜਸੀ ਨੀਤੀ ਨਾਲ, ਕੋਈ ਸਾਤਕੀ ਨੀਤੀ ਨਾਲ, ਕੋਈ ਤਾਮਸੀ ਬਿਰਤੀ ਨਾਲ। ਇਸ ਤਰ੍ਹਾਂ ਸਾਰੇ ਸੁੱਤੇ ਪਏ ਨੇ। ਸੁੱਤਿਆ ਰਹਿਣ ਵਿਹਾਣੀ, ਇੱਥੇ ਰਹਿਣ ਦਾ ਅਰਥ ਹੈ ਉਮਰ। ਇਸ ਤਰ੍ਹਾਂ 3 ਗੁਣਾਂ ਦੇ ਵਿੱਚ ਸੁੱਤਿਆਂ ਹੋਇਆਂ ਦੀ ਸਾਡੀ ਉਮਰ ਹੈ ਨਾ ਜਿਹੜੀ ਇਹ ਗੁਜ਼ਰ ਜਾਂਦੀ ਹੈ। ਇਸ ਕਰਕੇ ਅਸੀਂ ਨਾਮ ਨਹੀਂ ਜਪ ਸਕਦੇ। ਹਾਂਜੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਜਿੰਦੇ ਤੇ ਗੁਰੂ ਦੀ ਕਿਰਪਾ ਹੋ ਜਾਵੇ ਨਾ ਉਹ ਫਿਰ ਜਾਗ ਜਾਂਦਾ ਹੈ। ਉਹ ਨਾ ਰਾਜਸੀ, ਨਾ ਤਾਮਸੀ, ਨਾ ਸਾਤਕੀ, 3 ਗੁਣਾਂ ਦੇ ਵਿੱਚ ਨਹੀਂ ਹੁੰਦਾ। ਇਹਨੂੰ ਫਿਰ ਆਖਦੇ ਨੇ ਤੁਰੀਆ ਅਵਸਥਾ। ਜਿਹੜਾ 3 ਗੁਣਾਂ ਤੋਂ ਰਹਿਤ ਹੋ ਜਾਵੇ ਨਾ ਇਹ ਤੁਰੀਆ ਅਵਸਥਾ ਬਣ ਗਈ। ਇਹਨੂੰ ਨਿਰਵਾਣ ਪਦਵੀ ਵੀ ਆਖਿਆ ਹੈ। ਤੇ ਹੁੰਦਾ ਕਿਵੇਂ? ਗੁਰ ਕਿਰਪਾ ਤੇ ਸੇ ਜਨ ਜਾਗੇ। ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਨਾ ਫਿਰ ਮਨੁੱਖ ਦੀ ਅੱਖ ਖੁੱਲ੍ਹਦੀ ਹੈ, ਇਹ ਜਾਗਰਤ ਅਵਸਥਾ ਦੇ ਵਿੱਚ ਆ ਜਾਂਦਾ ਹੈ। ਜਿੰਨਾ ਹਰ ਮਨ ਵਸਿਆ ਬੋਲੇ
ਅੰਮ੍ਰਿਤ ਬਾਣੀ। ਜਿਨ੍ਹਾਂ ਦੇ ਮਨ ਦੇ ਵਿੱਚ ਹਰੀ ਪਰਮਾਤਮਾ ਦਾ ਵਾਸ ਹੋ ਗਿਆ ਨਾ, ਉਹ ਫਿਰ ਕਿਹੜੀ ਬਾਣੀ ਬੋਲਦੇ ਨੇ? ਅੰਮ੍ਰਿਤਮਈ ਬਾਣੀ ਬੋਲਦੇ ਨੇ। ਜਿਵੇਂ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਹਰ ਇੱਕ ਧਾਰਮਿਕ ਮਨੁੱਖ ਦੇ ਪਾਸ ਗਏ ਸਨ। ਬਲੀ ਕੰਧਾਰੀ ਕੋਲ ਵੀ ਗਏ ਸਨ, ਕੌਡੇ ਰਾਖਸ਼ ਕੋਲ ਵੀ ਗਏ ਸਨ, ਹੋਰ ਵੀ ਅਨੇਕ ਪ੍ਰਕਾਰ ਦੇ ਜੋਗੀਆਂ ਸਾਧਾਂ ਸੰਤਾਂ ਦੇ ਕੋਲ ਗੁਰੂ ਮਹਾਰਾਜ ਜੀ ਵਿਚਰਦੇ ਸਨ। ਤੇ ਉੱਥੇ ਜਾ ਕੇ ਉਹਨਾਂ ਦੇ ਨਾਲ ਕ੍ਰੋਧ ਵਾਲੀ ਬਾਣੀ ਨਹੀਂ ਸਨ ਬੋਲਦੇ, ਅੰਮ੍ਰਿਤਮਈ ਬਾਣੀ ਬੋਲਦੇ ਸਨ। ਕਿਉਂਕਿ ਇਹਨਾਂ ਦੇ ਅੰਦਰ ਤੁਰਿਆ ਅਵਸਥਾ ਦੀ ਪ੍ਰਾਪਤੀ ਸੀ, ਸਹਿਜ ਅਵਸਥਾ ਨੂੰ ਪਹੁੰਚੇ ਹੋਏ ਸਨ, ਜਿਸ ਕਰਕੇ ਇਹ ਤਿੰਨਾਂ ਗੁਣਾਂ ਤੋਂ ਰਹਿਤ ਸਨ। ਨਾ ਤਾਂ ਇਹਨਾਂ ਨੇ ਉਹਨਾਂ ਦੇ ਥਾਂ ਤੇ ਕਬਜ਼ਾ ਕਰਨਾ ਸੀ ਰਾਸੀ ਨੀਤੀ, ਤੇ ਨਾ ਹੀ ਇਹਨਾਂ ਨੇ ਉਹਨਾਂ ਨੂੰ ਆਪਣੇ ਵਿੱਚ ਹੜਪਣਾ ਸੀ, ਤੇ ਨਾ ਹੀ ਇਹਨਾਂ ਦੇ ਅੰਦਰ ਕੱਟੜਵਾਦ ਸੀ ਵੀ ਅਸੀਂ ਆਪਣਾ ਹੀ ਧਰਮ ਹੈ ਜਿਹੜਾ ਇਸੇ ਨੂੰ ਮੁੱਖ ਰੱਖਣਾ। ਜਿਵੇਂ ਔਰੰਗਜ਼ੇਬ ਸੀ, ਹੋਰ ਵੀ ਕਈ ਹੋਏ ਨੇ ਇਸ ਤਰ੍ਹਾਂ ਦੇ। ਇਸ ਤਰ੍ਹਾਂ ਦਾ ਖਿਆਲ ਨਾ ਹੋਣ ਕਰਕੇ ਕੇਵਲ ਤੇ ਕੇਵਲ ਉਸ ਪ੍ਰਭੂ ਪਰਮਾਤਮਾ ਦੇ ਨਾਲ ਜੋੜਨਾ ਸੀ ਗੁਰੂ ਨਾਨਕ ਦੇਵ ਜੀ ਨੇ। ਤੇ ਫਿਰ ਮਿੱਠੇ ਵਚਨ ਉੱਥੇ ਉਹਨੂੰ ਜਦੋਂ ਬੋਲ ਕੇ ਸੁਣਾਉਂਦੇ ਸਨ, ਤੇ ਫਿਰ ਗੁਰੂ ਮਹਾਰਾਜ ਜੀ ਦੇ ਮਿੱਠੇ ਅੰਮ੍ਰਿਤਮਈ ਵਚਨਾਂ ਤੋਂ ਉਹ ਪ੍ਰਭਾਵਿਤ ਹੋ ਕੇ ਤੇ ਆਪਣੇ ਜਨਮ ਦੇ ਆਪਣੇ ਧਰਮ ਦੇ ਵਿੱਚ ਪਰਪੱਕ ਹੋ ਜਾਂਦਾ ਸੀ। ਗੁਰੂ ਮਹਾਰਾਜ ਜੀ ਦੀ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਗੁਰੂ ਮਹਾਰਾਜ ਜੀ ਨੇ ਮੁਸਲਮਾਨਾਂ ਨੂੰ ਵੀ ਜਦੋਂ ਉਪਦੇਸ਼ ਦਿੱਤਾ ਹੈ, ਗੁਰੂ ਮਹਾਰਾਜ ਜੀ ਨੇ ਧੰਨ ਗੁਰਬਾਣੀ ਦੇ ਅੰਦਰ ਦਰਜ ਕੀਤਾ, 5 ਨਵਾਜਾ ਵਕਤ 5 ਪੰਜਾਂ ਪੰਜੇ ਨਾਉ, ਬਈ ਪੜ੍ਹੋ। 5 ਨਵਾਜ਼ਾਂ ਨੇ ਤੁਹਾਡੀਆਂ, 5 ਹੀ ਇਹਨਾਂ ਦੇ ਸਮੇਂ ਨੇ, ਤੇ ਇਹਨਾਂ 5 ਦੇ 5 ਹੀ ਨਾਂ ਨੇ। ਪਹਿਲੀ ਨੀਅਤ ਰਾਸ। ਗੁਰੂ ਮਹਾਰਾਜ ਜੀ ਕਹਿੰਦੇ ਨੇ ਜਦੋਂ ਪਹਿਲੀ ਨਵਾਜ਼ ਪੜ੍ਹੇ ਨਾ, ਉਦੋਂ ਤੋਂ ਇਹ ਸਿੱਖਿਆ ਲੈਣੀ ਵੀ ਤੇਰੀ ਨੀਅਤ ਹੈ ਨਾ ਜਿਹੜੀ, ਇਹਨੂੰ ਰਾਸ ਕਰ ਲੈਣਾ, ਸ੍ਰੇਸ਼ਟ ਕਰ ਲੈਣਾ। ਹੁਣ ਕੀ ਸਿੱਖਿਆ ਦਿੱਤੀ? ਇਹ ਥੋੜ੍ਹੀ ਆਖਿਆ ਤੂੰ ਨਵਾਜ਼ ਨਹੀਂ ਪੜ੍ਹਨੀ, ਨਹੀਂ, ਪੜ੍ਹ ਨਵਾਜ਼, ਨਵਾਜ਼ ਪੜ੍ਹ। ਪਰ ਪਹਿਲੀ ਨਵਾਜ਼ ਹੈ ਜਿਹੜੀ, ਉਹ ਤੈਨੂੰ ਆਖਦੀ ਕੀ ਏ? ਪਹਿਲੀ ਨਵਾਜ਼ ਜੋ ਤੈਨੂੰ ਆਖਦੀ ਹੈ, ਪਹਿਲੀ ਨਵਾਜ਼ ਜੋ ਤੈਨੂੰ ਦੱਸਦੀ ਹੈ ਨਾ, ਉਹਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ। ਇਹ ਅੰਮ੍ਰਿਤ ਬਾਣੀ ਹੈ। ਤਾਂ ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ। ਜਿਨ੍ਹਾਂ ਦੇ ਮਨ ਦੇ ਵਿੱਚ ਹਰੀ ਪਰਮਾਤਮਾ ਦਾ ਵਾਸਾ ਹੋ ਗਿਆ, ਗੁਰੂ ਦੀ ਕਿਰਪਾ ਨਾਲ ਜਾਗ ਪਏ ਨੇ, ਉਹ ਫਿਰ ਜਦੋਂ ਉਪਦੇਸ਼ ਦਿੰਦੇ ਨੇ ਨਾ, ਅੰਮ੍ਰਿਤਮਈ ਬਾਣੀ ਦਾ ਉਪਦੇਸ਼ ਦਿੰਦੇ ਨੇ, ਅੰਮ੍ਰਿਤਮਈ ਬਚਨ ਬੋਲ ਕੇ ਉਪਦੇਸ਼ ਦਿੰਦੇ ਨੇ, ਜਿਵੇਂ ਗੁਰੂ ਨਾਨਕ ਦੇਵ ਜੀ ਕਿਰਪਾ ਕਰਦੇ ਰਹੇ। ਤੇ ਇਹ ਧੰਨ ਗੁਰੂ ਮਹਾਰਾਜ ਜੀ ਦੀ ਬਾਣੀ ਅੰਮ੍ਰਿਤ ਰੂਪ ਹੈ, ਜੋ ਆਪਾਂ ਵਿਚਾਰ ਰਹੇ ਹਾਂ, ਪੜ੍ਹਦੇ ਹਾਂ। ਇਹ ਵੀ ਭਾਈ ਫਿਰ ਗੁਰਮੁਖ ਪਿਆਰੇ ਪੜ੍ਹਦੇ ਹਨ ਜੀ। ਕਹਿ ਨਾਨਕ ਸੋ ਤਤ ਪਾਏ, ਜਿਸਨੋ ਅੰਦਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਧੰਨ ਗੁਰੂ ਮਹਾਰਾਜ ਜੀ ਨਿਰਣਾ ਕਰਦੇ ਨੇ, ਤਤ ਦੀ ਪ੍ਰਾਪਤੀ ਕੇਵਲ ਤੇ ਕੇਵਲ ਉਹੀ ਪਾ ਸਕਦਾ ਹੈ ਜਿੰਦੇ ਅੰਦਰ ਦਿਨ ਤੇ ਰਾਤ ਪ੍ਰਭੂ ਪਰਮਾਤਮਾ ਦੀ ਪ੍ਰੀਤ ਲੱਗੇਗੀ। ਜਿੰਦੀ ਪ੍ਰੀਤ ਬਣ ਗਈ ਹੈ ਪਰਮਾਤਮਾ ਦੇ ਨਾਲ, ਉਹਦੀ ਫਿਰ ਰਾਜਨੀਤੀ ਦੀ ਪ੍ਰੀਤ ਵੀ ਖਤਮ ਹੈ, ਤਾਮਸੀ ਬਿਰਤੀ ਦੀ ਵੀ ਪ੍ਰੀਤ ਖਤਮ ਹੈ, ਸਾਦਗੀ ਦੀ ਵੀ ਪ੍ਰੀਤ ਖਤਮ ਹੈ। ਉਹਨੇ ਆਪਣੀਆਂ ਸਾਰੀਆਂ ਇਛਾਵਾਂ ਨੇ ਨਾ ਜਿਹੜੀਆਂ, ਉਹ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਦੇ ਵਿੱਚ ਲਾ ਲਈਆਂ। ਬਸ ਮੈਨੂੰ ਤੂੰ ਚਾਹੀਦਾ, ਹੋਰ ਕੁਝ ਨਹੀਂ ਚਾਹੀਦਾ। ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਇਹਨੇ ਤੱਤ ਨੂੰ ਪਛਾਣ ਲਿਆ। ਕਹੇ ਨਾਨਕ ਸੋ ਤਤ ਪਾਏ, ਇਹਨੇ ਤੱਤ ਨੂੰ ਪਾ ਲਿਆ, ਪਰਮਾਤਮਾ ਨੂੰ ਪਾ ਲਿਆ, ਜਿਸ ਨੂੰ ਅਨ ਦਿਨ ਹਰ ਲਿਵ ਲਾਗੇ, ਜਿਸ ਦੇ ਅੰਦਰ ਦਿਨ ਤੇ ਰਾਤ ਹਰੀ ਦੀ ਪ੍ਰੀਤ ਲੱਗੀ ਏ, ਜਾਗਤ ਰਹਿਣ ਵਿਹਾਣੀ। ਇਹਨੇ ਫਿਰ ਆਪਣੀ ਉਮਰ ਹੈ ਜਿਹੜੀ ਇਹ ਗਿਆਨ ਦੇ ਵਿੱਚ ਗੁਜ਼ਾਰਨੀ ਕੀਤੀ ਹੈ ਜੀ। ਮਾਤਾ ਜੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉ ਮਨ ਹੋ ਵਿਸਾਰੀਐ। ਜਿਵੇਂ ਆਪਾਂ ਹੁਣ ਪੌੜੀ ਦੀਆਂ ਵਿਚਾਰਾਂ ਕੀਤੀਆਂ ਨੇ, ਉਹਦੇ ਵਿੱਚ ਧੰਨ ਗੁਰੂ ਮਹਾਰਾਜ ਜੀ ਨੇ ਮਾਇਆ ਜਿਹੜੀ, ਇਹਦੇ 3 ਗੁਣ ਨੇ ਜਿਹੜੇ ਉਹ ਦੱਸੇ ਨੇ, ਤੇ ਆਪਣੇ ਅੰਦਰ ਨੂੰ ਪਰਮਾਤਮਾ ਦੀ ਪ੍ਰੀਤ ਲਾ ਕੇ ਗੁਰੂ ਦੀ ਕਿਰਪਾ ਦੇ ਨਾਲ ਜਗਾਉਣਾ ਹੈ। ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸਾਨੂੰ ਦੱਸਦੇ ਨੇ ਵੀ ਮਾਇਆ ਜਿਹੜੀ ਇਸ ਸੰਸਾਰ ਦੇ ਵਿੱਚ ਜਨਮ ਤੋਂ ਬਾਅਦ ਕਿਵੇਂ ਕਿਰਿਆ ਕਰਦੀ ਏ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉ ਮਨੋ ਵਸਾਰੀਏ। ਜਿਹੜਾ ਅਕਾਲ ਪੁਰਖ ਵਾਹਿਗੁਰੂ ਸਾਡੀ ਪਾਲਣਾ ਕਰਦਾ ਮਾਤਾ ਦੇ ਉਦਰ ਦੇ ਵਿੱਚ, ਅਸੀਂ ਉਹਨੂੰ ਮਨ ਦੇ ਵਿੱਚੋਂ ਕਿਉਂ ਵਿਸਾਰ ਨਾ ਕਰੀਏ। ਉੱਥੇ ਪਾਲਣਾ ਕਿਵੇਂ ਕਰਦਾ, ਉੱਥੇ ਅਸੀਂ ਪ੍ਰਭੂ ਪਰਮਾਤਮਾ ਨੂੰ ਯਾਦ ਕਰਦੇ ਰਹਿੰਦੇ ਹਾਂ। ਤੇ ਉੱਤਮ ਕਿਰਿਆ ਉਸ ਪ੍ਰਭੂ ਪਰਮਾਤਮਾ ਦੀ, ਇਹਨੂੰ ਜਠਰਾਗਣ ਆਖਿਆ ਹੈ, ਜਿੰਦੇ ਨਾਲ ਜਿਵੇਂ ਤੌੜਾ ਪੱਕਦਾ ਹੈ ਨਾ, ਮਿੱਟੀ ਦਾ ਭਾਂਡਾ ਹੁੰਦਾ, ਕੱਚੀ ਮਿੱਟੀ ਦਾ ਭਾਂਡਾ ਹੈ, ਇਹਦੇ 'ਚ ਪਾਣੀ ਪਾਓਗੇ ਤੇ ਇਹ ਭਾਂਡਾ ਹੈ ਨਾ ਜਿਹੜਾ, ਇਹ ਖੁਰ ਜਾਵੇਗਾ। ਉਸੇ ਤਰ੍ਹਾਂ ਮਨੁੱਖ ਦਾ ਸਰੀਰ ਜੇ ਜਠਰਾਗਣ ਦੇ ਵਿੱਚ ਨਾ ਪੱਕੇ ਨਾ, ਤੇ ਫਿਰ ਇਹ ਵੀ ਖੁਰ ਜਾਏਗਾ। ਇਹ ਦੁਨੀਆ ਦੇ ਵਿੱਚ ਜਨਮ ਲੈ ਕੇ ਆਪਣੀ ਤਰ੍ਹਾਂ ਇਸ ਤਰ੍ਹਾਂ ਵਿਚਰ ਨਹੀਂ ਸਕਦਾ। ਮੈਂ ਥੋੜਾ ਜਿਹਾ ਇੱਕ ਵਾਰੀ ਹੋਰ ਸਮਝਾਉਣ ਦਾ ਯਤਨ ਕਰਾਂਗਾ।
ਜਿਵੇਂ ਇੱਕ ਘੁਮਿਆਰ ਨੇ ਭਾਂਡਾ ਤਿਆਰ ਕਰ ਦਿੱਤਾ ਹੈ, ਹੁਣ ਇਸ ਭਾਂਡੇ ਨੂੰ ਲੋੜ ਹੈ ਅਗਨ ਦੀ, ਸੇਕ ਦੀ ਲੋੜ, ਇਹਨੂੰ ਪਕਾਉਣ ਦੀ ਲੋੜ ਹੈ। ਇਹ ਪੱਕ ਗਿਆ ਤੇ ਇਹ ਵਰਤੋਂ ਦੇ ਵਿੱਚ ਆ ਗਿਆ ਹੈ। ਇਸੇ ਤਰ੍ਹਾਂ ਮਨੁੱਖ ਦਾ ਜਿਹੜਾ ਸਰੀਰ ਹੈ ਨਾ, ਜਿੰਨੀਆਂ ਵੀ ਜੂਨੀਆਂ ਨੇ ਤਕਰੀਬਨ ਉਹਨਾਂ ਨੂੰ ਇਹ ਸੇਕ ਜਿਹੜਾ ਇਹ ਸਹਾਰਨਾ ਪੈਂਦਾ ਹੈ ਆਪਣੇ ਸਰੀਰ ਨੂੰ ਪਕਾਉਣ ਵਾਸਤੇ, ਤਾਂ ਕਿ ਇਹ ਕੱਚੇ ਭਾਂਡੇ ਦੀ ਤਰ੍ਹਾਂ ਕਿਤੇ ਖੁਰ ਨਾ ਜਾਵੇ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਉੱਥੇ ਸੇਕ ਲੱਗਦਾ ਹੁੰਦਾ ਤੇ ਫਿਰ ਇਹ ਸੇਕ ਤੋਂ ਬਚਾਉਣ ਵਾਲਾ ਕੌਣ ਹੈ? ਲੱਗਣਾ ਵੀ ਜ਼ਰੂਰੀ ਹੈ। ਲੱਗਣਾ ਕਿਉਂ ਜ਼ਰੂਰੀ ਹੈ? ਕਿ ਅਸੀਂ ਪੱਕਦੇ ਨਹੀਂ, ਤੇ ਫਿਰ ਉਹਦੇ ਸੇਕ ਦੀ ਪੀੜ ਨੂੰ ਸਹਾਰਨ ਵਾਸਤੇ ਸਾਨੂੰ ਪਰਮਾਤਮਾ ਨੇ ਆਪਣੀ ਲਿਵ ਦੇ ਦਿੱਤੀ ਏ, ਆਪਣਾ ਪਿਆਰ ਦੇ ਦਿੱਤਾ ਹੈ। ਅਸੀਂ ਉਹਦੇ ਪਿਆਰ ਦੇ ਵਿੱਚ ਇਸ ਸੇਕ ਨੂੰ ਸਹਾਰਨ ਦੇ ਜੋਗੇ ਹੋ ਜਾਂਦੇ ਹਾਂ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕੋ ਮਨੋ ਵਿਸਾਰੀਏ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਵੇਖ ਗੁਰਮੁਖ ਪਿਆਰਿਆ, ਜਿਵੇਂ ਉੱਥੇ ਇਸ ਸੇਕ ਨੂੰ ਸਹਾਰਨ ਜੋਗਾ ਉਸ ਪਰਮਾਤਮਾ ਦਾ ਪ੍ਰੇਮ ਸੀ, ਲਿਵ ਸੀ, ਤੇ ਹੁਣ ਦੁਨੀਆ ਦੇ ਅੰਦਰ ਆਣ ਕੇ ਤੂੰ ਉਸ ਪਰਮਾਤਮਾ ਨੂੰ ਕਿਉਂ ਵਿਸਾਰਿਆ ਹੈ ਜੀ? ਮਨ ਕੋ ਕਿਉ ਵਿਸਾਰੀਐ ਏ ਵਰਦਾਤਾ, ਜੇ ਅਗਨ ਨਹ ਆਹਾਰ ਪਹੁੰਚਾਏ। ਧੰਨ ਗੁਰੂ ਮਹਾਰਾਜ ਜੀ ਅੱਗੇ ਹੋਰ ਖੁਲਾਸਾ ਕਰਦੇ ਨੇ, ਉਸ ਪ੍ਰਭੂ ਪਰਮਾਤਮਾ ਨੂੰ ਅਸੀਂ ਮਨ ਦੇ ਵਿੱਚੋਂ ਕਿਉਂ ਵਿਸਾਰਨਾ ਕਰੀਏ, ਜਿਹੜਾ ਏਡੀਆਂ ਵੱਡੀਆਂ ਦਾਤਾਂ ਦਾ ਮਾਲਕ ਹੈ ਤੇ ਜਿਨਨੇ ਸਾਨੂੰ ਜਠਰਾਗਨ ਦੇ ਵਿੱਚ ਭੋਜਨ ਵੀ ਪਹੁੰਚਾਇਆ ਹੈ। ਜੇ ਅਗਨ ਮਹਿ ਆਹਾਰ, ਆਹਾਰ ਕਹਿੰਦੇ ਨੇ ਭੋਜਨ ਨੂੰ, ਪਹੁੰਚਾਵੇ, ਜਿਸ ਪਰਮਾਤਮਾ ਨੇ ਸਾਨੂੰ ਉੱਥੇ ਭੋਜਨ ਵੀ ਪਹੁੰਚਾਇਆ ਹੈ, ਜਿਹਦੇ ਨਾਲ ਅਸੀਂ ਪੱਕੀਏ ਵੀ ਤੇ ਸਰੀਰ ਵੀ ਵਧੇ, ਸਰੀਰ ਦੇ ਅੰਗ ਨੇ ਜਿਹੜੇ ਇਹ ਵੀ ਮੁਕੰਮਲ ਹੋਣ। ਇਸ ਵਾਸਤੇ ਉਸ ਪ੍ਰਭੂ ਪਰਮਾਤਮਾ ਨੇ ਵੇਖੋ ਉੱਥੇ ਸਾਡੀ ਖੁਰਾਕ ਦਾ ਵੀ ਇੰਤਜ਼ਾਮ ਕੀਤਾ ਹੈ ਜੀ। ਉਸਨੋ ਕਿਹੋ ਬੋਝੇ ਨਾ ਸਕੀ, ਜਿਸਨੋ ਆਪਣੀ ਲਿਵ ਲਾਵੇ। ਹੁਣ ਧੰਨ ਗੁਰੂ ਮਹਾਰਾਜ ਜੀ ਉਸ ਪ੍ਰਭੂ ਪਰਮਾਤਮਾ ਦੀ ਜਿਹੜੀ ਲਿਵ ਹੈ ਉਹਦੀ ਵਡਿਆਈ ਕਰਦੇ ਨੇ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਵੀ ਇਹ ਤਾਂ ਜਠਰਾਗਨ ਹੈ, ਸੇਕ ਹੈ, ਅੱਗ ਹੈ, ਉਸ ਨੂੰ ਤਾਂ ਕੁਝ ਵੀ ਨਹੀਂ ਪੋ ਸਕਦਾ। ਉਸ ਨੂੰ ਕਿਹੋ ਪੋਹੇ ਨਾ ਸਕਈ, ਜਿਸ ਨੂੰ ਆਪਣੀ ਲਿਵ ਲਾਵੇ, ਜਿਹਨੂੰ ਆਪਣਾ ਪਿਆਰ ਲਾ ਲੈਂਦਾ ਹੈ ਨਾ ਪ੍ਰਭੂ ਪਰਮਾਤਮਾ, ਵਾਹਿਗੁਰੂ ਕਿਰਪਾ ਕਰਦਾ ਹੈ, ਉਸ ਨੂੰ ਫਿਰ ਕੋਈ ਵੀ ਪੋਹ ਨਹੀਂ ਸਕਦਾ। ਪੋਹ ਦਾ ਅਰਥ ਹੁੰਦਾ ਛੂਹਣਾ, ਉਸ ਨੂੰ ਕੋਈ ਛੂਹ ਤੱਕ ਨਹੀਂ ਸਕਦਾ ਹੈ ਜੀ। ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਉਹ ਪ੍ਰਭੂ ਪਰਮਾਤਮਾ ਆਪਣੀ ਪ੍ਰੀਤ ਆਪ ਹੀ ਲਾਂਦਾ ਹੈ, ਤੇ ਜਿਹੜੇ ਗੁਰਮੁਖ ਨੇ ਨਾ ਉਹ ਸਦਾ ਹੀ ਉਸ ਪ੍ਰਭੂ ਪਰਮਾਤਮਾ ਨੂੰ ਸੰਭਾਲਦੇ ਨੇ, ਭਾਵ ਉਹਦੇ ਨਾਮ ਦੇ ਨਾਲ ਜੁੜੇ ਰਹਿੰਦੇ ਹਨ ਜੀ। ਕਹਿ ਨਾਨਕ ਏ ਵਰਦਾਤਾ, ਸੋ ਕਿਉ ਮਨੋ ਵਿਸਾਰੀਐ। ਧੰਨ ਗੁਰੂ ਜੀ ਨੇ ਰਹਿਮਤ ਕੀਤੀ ਹੈ, ਏਡੀਆਂ ਵੱਡੀਆਂ ਦਾਤਾਂ ਦਾ ਮਾਲਕ ਹੈ ਪ੍ਰਭੂ ਪਰਮਾਤਮਾ, ਤੇ ਫਿਰ ਅਸੀਂ ਉਹਨੂੰ ਮਨੋਂ ਕਿਉਂ ਵਿਸਾਰਨਾ ਕਰੀਏ ਜੀ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਧੰਨ ਗੁਰੂ ਅਮਰਦਾਸ ਜੀ ਨੇ ਜਠਰਾਗਨ ਅਗਨ ਦਾ ਦ੍ਰਿਸ਼ਟਾਂਤ ਦੇ ਕਰਕੇ ਤੇ ਸਾਨੂੰ ਇਹ ਸਮਝਾਣਾ ਕੀਤਾ, ਵੇਖ ਗੁਰਮੁਖ ਪਿਆਰਿਆ, ਜਿਵੇਂ ਜਠਰਾਗਨ ਦਾ ਸੇਕ ਹੈ ਜਿਹੜਾ ਉਹ ਤੇਰੇ ਲਈ ਹੈ ਵੀ ਜ਼ਰੂਰੀ, ਪਰ ਉਹ ਪ੍ਰਭੂ ਪਰਮਾਤਮਾ ਦੀ ਲਿਵ ਕਰਕੇ, ਉਹਦਾ ਪ੍ਰੇਮ ਕਰਕੇ ਤੂੰ ਉੱਥੇ ਪੱਕ ਕੇ ਤੇ ਦੁਨੀਆ ਦੇ ਵਿੱਚ ਵਿਚਰਨ ਦੇ ਯੋਗ ਹੋ ਗਿਆ ਹੈ, ਤੇ ਤੈਨੂੰ ਉੱਥੇ ਇਹ ਸੇਕ ਤੋਂ ਬਚਾਉਣ ਵਾਲਾ ਸੀ ਪ੍ਰਭੂ ਪਰਮਾਤਮਾ ਦਾ ਨਾਮ। ਉਸੇ ਤਰ੍ਹਾਂ ਜੈਸੀ ਅਗਨ ਉਦਰ ਮਹਿ, ਵੇਖ ਜਿਸ ਤਰ੍ਹਾਂ ਉਦਰ ਦੇ ਵਿੱਚ ਅੱਗ ਸੀ, ਤੈਸੀ ਬਾਹਰ ਮਾਇਆ, ਇਹ ਮਾਇਆ ਦਾ ਸੇਕ ਵੀ ਉਵੇਂ ਹੀ ਹੈ। ਮੈਂ ਥੋੜੀ ਜੀ ਕੋਸ਼ਿਸ਼ ਕਰਾਂਗਾ, ਵੈਸੇ ਸਮਾਂ ਹੋ ਗਿਆ, 2 ਮਿੰਟ ਆਪ ਜੀ ਦੇ ਜ਼ਿਆਦਾ ਲਵਾਂਗਾ ਤਾਂ ਕਿ ਗੱਲ ਦੀ ਸਮਝ ਆ ਜਾਵੇ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਗੁਰੂ ਮਹਾਰਾਜ ਜੀ ਨੇ ਇਸ ਤੋਂ ਪਹਿਲੀ ਪੌੜੀ ਦੇ ਵਿੱਚ ਸਾਨੂੰ ਅਗਨ ਦੀ ਗੱਲ ਦੱਸੀ ਸੀ ਵੀ ਅਗਨ ਹੈ ਜਿਹੜੀ ਇਹ ਸਾਡੇ ਲਈ ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਸੰਸਾਰ ਦੇ ਅੰਦਰ ਮੁਕੰਮਲ ਸਰੀਰ ਲੈ ਕੇ ਤੇ ਆਪਣੀ ਜ਼ਿੰਦਗੀ ਨੂੰ ਜਿਉਂ ਸਕੀਏ, ਤੇ ਉਸ ਅਗਨ ਦੀ ਤਪਸ਼ ਤੋਂ ਬਚਾਉਣ ਵਾਲਾ ਸਾਨੂੰ ਪ੍ਰਭੂ ਪਰਮਾਤਮਾ ਸੀ। ਉੱਥੇ ਅਗਨ ਦੇ ਵਿੱਚ ਸਾਨੂੰ ਭੋਜਨ ਪਹੁੰਚਾਉਣ ਵਾਲਾ ਅਕਾਲ ਪੁਰਖ ਵਾਹਿਗੁਰੂ ਸੀ। ਉਸੇ ਤਰ੍ਹਾਂ ਹੁਣ ਸੰਸਾਰ ਦੇ ਵਿੱਚ ਵੀ ਇੱਕ ਅੱਗ ਹੈ, ਤੇ ਉਸ ਅੱਗ ਦਾ ਨਾਂ ਹੈ ਮਾਇਆ। ਜਿਵੇਂ ਤੈਨੂੰ ਅੰਦਰ ਜਠਰਾਗਨ ਦੀ ਅੱਗ ਤੋਂ ਪਰਮਾਤਮਾ ਦੀ ਲਿਵ ਨੇ, ਪਰਮਾਤਮਾ ਦੇ ਨਾਮ ਨੇ ਬਚਾ ਕੇ ਰੱਖਿਆ ਹੈ, ਉਵੇਂ ਜੇ ਤੂੰ ਬਾਹਰ ਦੀ ਅੱਗ ਮਾਇਆ ਤੋਂ ਬਚਣਾ ਹੈ ਨਾ, ਤੇ ਪ੍ਰਭੂ ਪਰਮਾਤਮਾ ਦਾ ਨਾਮ ਹੈ, ਇਹਦੀ ਲਿਵ, ਇਹਦੇ ਨਾਲ ਜੁੜਨਾ ਕਰ। ਵੇਖੋ ਸੱਚੇ ਸਤਿਗੁਰੂ ਨੇ ਕਿੱਡੀ ਕਿਰਪਾ ਕੀਤੀ ਹੈ, ਕਿਤਨਾ ਸੁੰਦਰ ਦ੍ਰਿਸ਼ਟਾਂਤ ਦੇ ਕੇ ਸਾਨੂੰ ਸਮਝਾ ਰਹੇ ਹਨ ਜੀ। ਮਾਇਆ ਅਗਨ ਸਭ ਏਕੋ ਦੇਹੀ, ਕਰਤਾ ਕੇ ਰਚਾਇਆ। ਧੰਨ ਗੁਰੂ ਮਹਾਰਾਜ ਜੀ ਕਹਿੰਦੇ ਨੇ ਮਾਇਆ ਤੇ
ਤੇ ਅਗਨ, ਮਾਇਆ ਪੈਸਾ ਹੋ ਗਿਆ, ਅਗਨ ਹੋ ਗਈ ਜਠਰਾਗਨ ਦੀ, ਜਿੰਦਾ ਆਪਾਂ ਪ੍ਰਸੰਗ ਪਿੱਛੇ ਪੜ੍ਹ, ਸਭ ਇੱਕੋ ਜਿਹੀ, ਇਹ ਦੋਵੇਂ ਇੱਕੋ ਨਾਲ ਦੀਆਂ ਨੇ, ਇਹਨਾਂ ਵਿੱਚ ਫਰਕ ਨਹੀਂ। ਇੱਕ ਫਰਕ ਹੈ, ਉਹ ਕਾਹਦਾ ਫਰਕ ਹੈ? ਜਿਹੜੀ ਜਠਰਾਗਨ ਦੀ ਅੱਗ ਹੈ ਉਹ ਸਾਨੂੰ ਪਕਾ ਕੇ ਤੇ ਸੰਸਾਰ ਦੇ ਵਿੱਚ ਜ਼ਿੰਦਗੀ ਜਿਉਣੀ ਹੈ ਜਿਹੜੀ ਉਹਦੇ ਮੁਕੰਮਲ ਕਰਦੀ ਹੈ, ਪਰ ਬਾਹਰ ਦੀ ਜਿਹੜੀ ਅੱਗ ਹੈ ਨਾ ਮਾਇਆ, ਇਹ ਸਾਨੂੰ ਪਕਾ ਕੇ ਤੇ ਨਰਕਾਂ ਦੇ ਕੀੜੇ ਬਣਾਉਂਦੀ ਹੈ। ਇਹ ਫਰਕ ਜੇ ਇਹਦੇ ਵਿੱਚ, ਇਹ ਸਾਡੀ ਜ਼ਿੰਦਗੀ ਨੂੰ ਤਬਾਹ ਕਰਦੀ ਹੈ, ਸਾਡੀ ਜ਼ਿੰਦਗੀ ਨੂੰ ਬਰਬਾਦ ਕਰਦੀ ਹੈ। ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਹੈ ਖੇਲ ਰਚਾਇਆ ਗੁਰਮੁਖ ਪਿਆਰਿਆ, ਮਾਇਆ ਤੇ ਜਠਰਾਗਨ ਦੀ ਅੱਗ ਹੈ ਜਿਹੜੀ ਇਹ ਇੱਕੋ ਜਿਹੀ ਹੈ। ਤੇ ਇਹ ਖੇਲ ਕਿੰਨੇ ਰਚਾਇਆ? ਉਸ ਪ੍ਰਭੂ ਪਰਮਾਤਮਾ ਨੇ ਇਹ ਖੇਲ ਰਚਿਆ ਹੋਇਆ ਹੈ ਜੀ। ਜਾ ਤਿਸ ਭਾਣਾ ਤਾ ਜਮਿਆ, ਪਰਵਾਰ ਭਲਾ ਪਾਇਆ। ਹੁਣ ਉਧਰ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਭਾ ਜਾਂਦਾ ਹੈ ਨਾ, ਤੇ ਸਾਡਾ ਸਰੀਰ ਮੁਕੰਮਲ ਹੋ ਜਾਂਦਾ ਹੈ, ਜਠਰਾਗਨ ਦੇ ਨਾਲ ਪੱਕ ਜਾਂਦਾ ਹੈ, ਤੇ ਫਿਰ ਅਸੀਂ ਜਨਮ ਲੈ ਲੈਂਦੇ ਹਾਂ। ਪਰਿਵਾਰ ਭਲਾ ਪਾਇਆ, ਤੇ ਜਿਹੜਾ ਪਰਿਵਾਰ ਸਾਨੂੰ ਮਿਲਦਾ ਹੈ ਉਹ ਸਾਰਾ ਪਰਿਵਾਰ ਭਲਾ ਕਹਿੰਦਾ ਵੀ ਸ਼ੁਕਰ ਹੈ ਸਾਡੇ ਘਰੇ ਸੰਤਾਨ ਦੀ ਉਤਪਤੀ ਹੋਈ, ਯਾਨੀ ਪਰਿਵਾਰ ਨੂੰ ਅਸੀਂ ਭਲੇ ਲੱਗਦੇ ਹਾਂ, ਚੰਗੇ ਲੱਗਦੇ ਹਾਂ ਜੀ। ਦੇਵ ਲਾਗੀ ਦੇਵ ਛੁਟਕੀ, ਦੇਵ ਛੁਟਕੀ ਲਾਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਦੋਂ ਜਨਮ ਲੈ ਲਿਆ ਉਦੋਂ ਤਾਂ ਭਲਾ ਹੋ ਗਿਆ, ਚੰਗਾ ਹੋ ਗਿਆ, ਪਰ ਉਸ ਤੋਂ ਅੱਗੇ ਫਿਰ ਜਿਹੜਾ ਨਾ ਉਹ ਮਾੜਾ ਹੋਣਾ ਸ਼ੁਰੂ ਹੋ ਗਿਆ। ਕੀ ਹੋ ਗਿਆ? ਲਿਵ ਛੁਟਕੀ, ਜਿਹੜੀ ਜਠਰਾਗਨ ਦੇ ਵਿੱਚ ਪ੍ਰਭੂ ਪਰਮਾਤਮਾ ਦੇ ਨਾਲ ਪ੍ਰੀਤ ਬਣੀ ਹੋਈ ਸੀ, ਜਿੰਦੇ ਕਰਕੇ ਤੂੰ ਉਸ ਅੱਗ ਤੋਂ ਬਚਿਆ ਸੀ, ਉਸੇ ਪ੍ਰੀਤ ਕਰਕੇ ਤੂੰ ਸੰਸਾਰ ਦੀ ਮਾਇਆ ਰੂਪੀ ਅੱਗ ਤੋਂ ਬਚਣਾ ਸੀ, ਪਰ ਉਹ ਲਿਵ ਜਿਹੜੀ ਉਹ ਛੁਟਕ ਗਈ ਏ। ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਜਨਮ ਲੈਂਦੀ ਤ੍ਰਿਸ਼ਨਾ ਲੱਗ ਗਈ ਏ। ਮਾਇਆ ਅਮਰ ਵਰਤਾਇਆ, ਇਹ ਜਿਹੜਾ ਹੈ ਨਾ ਇਹ ਵਰਤਾਇਆ, ਵਰਤਾਰਾ ਕਿੰਨੇ ਵਰਤਾਇਆ? ਇਹ ਮਾਇਆ ਨੇ। ਤੇ ਮਾਇਆ ਕੌਣ ਹੈ? ਅਮਰ, ਨਾ ਮਰਨ ਵਾਲੀ। ਮਾਇਆ ਤੇ ਕਦੀ ਮਰਦੀ ਨਹੀਂ। ਸਾਡੇ ਦਾਦੇ ਪੜਦਾਦੇ ਨੇ ਉਹ ਵੀ ਮਾਇਆ ਵਰਤਦੇ ਰਹੇ ਨੇ, ਤੇ ਅਸੀਂ ਵੀ ਹੁਣ ਮਾਇਆ ਵਰਤ ਰਹੇ ਹਾਂ, ਅੱਗੇ ਆਉਣ ਵਾਲੀਆਂ ਪੀੜ੍ਹੀਆਂ ਵੀ। ਇਹ ਜਦੋਂ ਤੋਂ ਸ੍ਰਿਸ਼ਟੀ ਚੱਲੀ ਹੈ ਨਾ, ਉਦੋਂ ਤੋਂ ਮਾਇਆ ਨਾਲ ਨਾਲ ਤੁਰੀ ਆਉਂਦੀ, ਇਹ ਤਾਂ ਅੱਜ ਤੱਕ ਮਰੀ ਨਹੀਂ। ਮਰਦਾ ਕੌਣ ਹੈ? ਮਨੁੱਖ ਮਰਦਾ ਹੈ। ਮਾਇਆ ਅਮਰ, ਮਾਇਆ ਅਮਰ ਹੈ ਵਰਤਾਇਆ, ਇਹ ਸਾਰਾ ਵਰਤਾਰਾ ਹੈ ਨਾ ਜਿਹੜਾ ਪ੍ਰਭੂ ਪਰਮਾਤਮਾ ਦੀ ਲਿਵ ਛਡਾਉਣ ਵਾਲਾ ਤੇ ਤ੍ਰਿਸ਼ਨਾ ਦੇ ਵਿੱਚ ਲਾਉਣ ਵਾਲਾ, ਇਹ ਮਾਇਆ ਦਾ ਵਰਤਾਰਾ ਹੈ ਜੀ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਉ ਦੂਜਾ ਲਾਇਆ। ਹੁਣ ਗੁਰੂ ਮਹਾਰਾਜ ਜੀ ਪੂਰਾ ਖੁਲਾਸਾ ਕਰਦੇ ਨੇ ਵੀ ਇਹ ਮਾਇਆ ਹੈ ਨਾ ਜਿਹੜੀ ਜਿਤ ਹਰ ਵਿਸਰੇ, ਇਹਦੇ ਕਰਕੇ ਪਰਮਾਤਮਾ ਸਾਨੂੰ ਵਿਸਰ ਜਾਂਦਾ ਹੈ। ਮੋਹ ਉਪਜੇ, ਸਾਡੇ ਅੰਦਰ ਮੋਹ ਪੈਦਾ ਕਰਦੀ ਹੈ, ਆਪਣਿਆਂ ਦਾ ਮੋਹ ਪੈਦਾ ਕਰ ਦਿੰਦੀ ਹੈ, ਸਾਡੇ ਅੰਦਰ ਮੋਹ ਵਸ ਹੋ ਕੇ ਅਸੀਂ ਫਿਰ ਮਾਇਆ ਦਾ ਲਾਲਚ ਕਰਦੇ ਹਾਂ। ਇਹ ਮਾਇਆ ਜਿਤ ਹਰ ਵਿਸਰੇ, ਮੋਹ ਉਪਜੇ ਭਾਉ ਦੂਜਾ ਲਾਇਆ, ਸਾਡੇ ਅੰਦਰ ਦੀ ਭਾਵਨਾ ਨਾ ਜਿਹੜੀ ਇਹ ਦੂਜੀ ਹੋ ਜਾਂਦੀ। ਹੁਣ ਦੂਜੀ ਭਾਵਨਾ ਕਿਹੜੀ ਹੈ? ਜਿਹੜੀ ਪਰਮਾਤਮਾ ਦੇ ਨਾਲੋਂ ਟੁੱਟ ਕੇ ਮਾਇਆ ਦੇ ਨਾਲ ਲੱਗੀ ਹੈ ਦੂਜੀ ਭਾਵਨਾ, ਕਿਉਂਕਿ ਪਰਮਾਤਮਾ ਇੱਕ ਹੈ ਤੇ ਮਾਇਆ ਦੋ ਹੈ। ਪਰਮਾਤਮਾ ਇੱਕ ਹੈ ਤੇ ਮਾਇਆ ਦੋ ਹੈ। ਜਿਹੜਾ ਦੋ ਨਾਲ ਜੁੜੇਗਾ ਉਹ ਦੁਨੀਆ ਦੇ ਵਿੱਚ ਜੂਨਾਂ ਦੇ ਵਿੱਚ ਤੁਰਿਆ ਫਿਰੇਗਾ, ਜਿਹੜਾ ਇੱਕ ਦੇ ਨਾਲ ਜੁੜੇਗਾ ਉਹ ਅਮਰ ਹੋ ਜਾਏਗਾ, ਉਹਦੀ ਮੁਕਤੀ ਹੋ ਜਾਵੇਗੀ ਜੀ। ਨਾਨਕ ਗੁਰ ਪ੍ਰਸਾਦੀ, ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ। ਤਾਂ ਗੁਰੂ ਜੀ ਰਹਿਮਤ ਕਰਦੇ ਨੇ, ਗੁਰੂ ਦੀ ਕਿਰਪਾ ਹੋ ਜਾਵੇ, ਜਿਨ੍ਹਾਂ ਦੀ ਇਸ ਦੁਨੀਆ ਦੇ ਵਿੱਚ ਜਨਮ ਤੋਂ ਬਾਅਦ ਪਰਮਾਤਮਾ ਦੇ ਨਾਲ ਲਿਵ ਲੱਗ ਜਾਵੇ, ਤਿੰਨੀ ਵਿੱਚੇ ਮਾਇਆ ਪਾਇਆ, ਉਹਨਾਂ ਨੇ ਮਾਇਆ ਦੇ ਵਿੱਚ ਵਿਚਰਦਿਆਂ ਹੋਇਆਂ ਨਹੀਂ ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਕਰ ਲਈ। ਇਹ ਦਾਸ ਬੇਨਤੀ ਕਰਦਾ ਹੁੰਦਾ ਹੈ, ਬੇੜੀ ਏ ਤੇ ਬੇੜੀ ਨੂੰ ਚੱਲਣ ਵਾਸਤੇ ਲੋੜ ਹੈ ਪਾਣੀ ਦੀ, ਪਾਣੀ ਤੋਂ ਬਿਨਾ ਬੇੜੀ ਨਹੀਂ ਚੱਲੇਗੀ, ਕਿਉਂਕਿ ਉਹਦੇ ਕਿਹੜਾ ਟਾਇਰ ਨੇ ਵੀ ਉਹ ਸੜਕ ਤੇ ਭੱਜੇਗੀ। ਬੇੜੀ ਹੈ ਜਿਹੜੀ ਇਹਦਾ ਕਰਮ ਹੈ ਪਾਣੀ ਦੇ ਵਿੱਚ ਚੱਲਣਾ, ਬੇੜੀ ਪਾਣੀ ਦੇ ਵਿੱਚ ਹੀ ਚੱਲੇਗੀ, ਤੇ ਬੇੜੀ ਡੁੱਬਦੀ ਕਿੱਥੇ ਹੈ? ਫਿਰ ਪਾਣੀ ਦੇ ਵਿੱਚ ਹੀ ਬੇੜੀ ਡੁੱਬਦੀ ਹੈ। ਉਸੇ ਤਰ੍ਹਾਂ ਸਾਡਾ ਜਿਹੜਾ ਜੀਵਨ ਹੈ ਕਾਹਦੇ ਨਾਲ ਚੱਲਦਾ ਹੈ? ਮਾਇਆ ਨਾਲ ਚੱਲਦਾ ਹੈ, ਤੇ ਡੁੱਬੇਗਾ ਕਿਵੇਂ? ਮਾਇਆ ਨਾਲ ਹੀ ਡੁੱਬੇਗਾ। ਮਾਇਆ ਹੀ ਸਾਡੇ ਜੀਵਨ ਨੂੰ ਚਲਾਉਣ ਵਾਲੀ ਹੈ, ਤੇ ਮਾਇਆ ਹੀ ਸਾਡੇ ਜੀਵਨ ਨੂੰ ਡੁੱਬਣ ਵਾਲੀ ਹੈ। ਇਹ ਡੁੱਬਦੀ ਕਦੋਂ ਹੈ? ਜਦੋਂ ਸਾਡੇ ਅੰਦਰ ਤ੍ਰਿਸ਼ਨਾ ਆ ਜਾਂਦੀ ਹੈ, ਮੋਹ ਆ ਜਾਂਦਾ, ਉਦੋਂ ਡੁੱਬ ਜੀਦਾ ਹੈ। ਤੇ ਇਹਦੇ ਉੱਤੇ ਜੀਵਨ ਰੂਪੀ ਬੇੜੀ ਤਰਦੀ ਕਦੋਂ ਹੈ? ਅਸੀਂ ਆਪਣਾ ਭਲਾ ਕਦੋਂ ਕਰ ਲੈਂਦੇ ਹਾਂ? ਜਦੋਂ ਸਾਡੇ ਅੰਦਰ ਤ੍ਰਿਸ਼ਨਾ ਨਾ ਆਵੇ, ਮੋਹ ਨਾ ਆਵੇ। ਇਹ ਮਾਇਆ ਜਿਤ ਹਰ ਵਿਸਰੇ, ਸਾਨੂੰ ਪਰਮਾਤਮਾ ਨਾ ਵਿਸਰੇ, ਫਿਰ ਅਸੀਂ ਆਪਣੀ ਬੇੜੀ ਹੈ ਜਿਹੜੀ ਇਸ ਮਾਇਆ ਦੇ ਉੱਤੇ ਤੋਰ ਰਹੇ ਹਾਂ। ਜੇ ਮੋਹ ਉਪਜੇ, ਮੋਹ ਪੈਦਾ ਹੋ ਗਿਆ, ਭਾਉ ਦੂਜਾ ਲਾਇਆ, ਭਾਵਨਾ ਦੂਜੀ ਲੱਗ ਗਈ, ਤੇ ਫਿਰ ਸਾਡੀ ਬੇੜੀ ਹੈ ਜਿਹੜੀ ਇਹਨੇ ਡੁੱਬਣਾ ਹੀ ਡੁੱਬਣਾ ਹੈ। ਸੋ ਗੁਰੂ ਜੀ ਰਹਿਮਤ ਕਰਨ, ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਆਪਣੀ ਪ੍ਰੀਤ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ।
ਅੱਜ ਦੇ ਲਈ ਇਤਨੀ ਕੁ ਸੇਵਾ ਆਪ ਸੰਗਤਾਂ ਨੇ ਪ੍ਰਵਾਨ ਕਰਨੀ। 29 ਪੌੜੀਆਂ ਹੋ ਗਈਆਂ ਨੇ। ਗੁਰੂ ਰਹਿਮਤ ਕਰਨਗੇ ਸੱਚੇ ਸਤਿਗੁਰ। 40 ਪੌੜੀਆਂ ਨੇ ਇਸ ਪਾਵਨ ਬਾਣੀ ਦੀਆਂ। ਆਪਣੀ ਸੇਵਾ ਆਪ ਲੈ ਲੈਣਗੇ। ਦੇਹੋ ਸੱਜਣ ਆਸੀਸ ਰੀਆ, ਜੋ ਹੋਵੇ ਸਹਿਬ ਸਿਉ ਮੇਲ। ਇਹ ਮਾਇਆ